श्री वाहिगुरु साहिब जीओ। गुरु गरीब नवाज पूरा प्रभ आराध्या। पूरा जाता नाओ नानक पूरा पाया। नानक पूरा पाया। पूरे के गुण गाओ। बहुत जन्म इसरे थी मारो विहो जन्म तुम्हारे लिखे। कह रविदास वास लग जीव हो। कह रविदास आस लग जीव हो। जिर भयो दर्शन दिखे। जी जिंद होना तुम गोल कुमावा।
जिंदो नाम तुमको लखनवा कोल कुमावा मैं कोल कुमावा जिन्ना ने दस पाई गुरानी जिंदो नाम मैं कोल कुमावा जिन्ना ने दस पाई गुरानी Nah
जन्म बिछड़े थे माधो बहुत जन्म बिछड़े थे माधो माधे रविदास आत्मा जीवो इनका एक जिसकी बसावे बसावे इनका इनका एक जिसकी बसावे की महिमा बनी हिमरो हिमरो सिमर सिमर सुख पावो कालिक में कालिक में
ਮਨ ਚੱਲ ਕਾਂਸੀ ਵੱਲ ਤੁਰ ਚੱਲੀਏ, 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 ਚੱਲ ਕਾਂਸੀ ਵੱਲ ਤੁਰ ਚੱਲੀਏ। सतगुरां दी साजी नवाजी गुरु प्यारी गुरु सवारी गुरु खालसा। आओ आपां परसों रोज तो धन श्री गुरु ग्रंथ साहिब महाराज सच्चे पातशाह जी के चरणों में हाजरी भर रहे हैं
ਕਿਸੇ ਨੇ ਮਨ ਕਰਕੇ ਸੇਵਾ ਕੀਤੀ ਹੈ, ਕਿਸੇ ਨੇ ਤਨ ਕਰਕੇ ਸੇਵਾ ਕੀਤੀ ਹੈ ਤੇ ਕਿਸੇ ਨੇ ਧਨ ਕਰਕੇ ਸੇਵਾ ਕੀਤੀ ਹੈ। ਕੋਈ ਨਾ ਕੋਈ ਵਿਸ਼ਾ ਹੁੰਦਾ ਹੈ, ਸੇਵਾ ਕਰਨ ਦਾ ਕੋਈ ਨਾ ਕੋਈ ਮੁੱਦਾ ਹੁੰਦਾ ਹੈ। ਕੋਈ ਮਨ ਕਰਕੇ ਸੇਵਾ ਕਰਦਾ ਹੈ, ਕਿਸੇ ਕੋਲ ਧਨ ਨਹੀਂ, ਉਹ ਆਪਣੇ ਪੈਸਾ ਜ਼ਿਆਦਾ ਉਹ ਧਨ ਕਰਕੇ ਸੇਵਾ ਕਰ ਦਿੰਦਾ। ਕਿਸੇ ਕੋਲ ਕੁਛ ਨਹੀਂ ਹੁੰਦਾ, ਕਹਿੰਦਾ ਮਹਾਰਾਜ ਮੇਰੇ ਕੋਲ ਤੇ ਇਕੱਲਾ ਮਨ ਹੈ, ਮਨ ਨਾਲ ਵੀ ਸੇਵਾ ਕੀਤੀ ਜਾਂਦੀ। ਮੇਨ ਕੰਮ ਤੇ ਮਨ ਦਾ ਹੈ, ਤੇ ਜਿਹੜਾ ਮਨ ਨਾਲ ਸੇਵਾ ਕਰਦਾ ਹੈ ਇਕਾਗਰਤਾ ਬਣਾ ਕੇ ਮਨੋਂ ਸੇਵਾ ਕਰਦਾ ਭਾਵ ਕਿ ਕਿਸੇ ਅਰਥ ਪ੍ਰਤੀ ਨਾ ਹੋਵੇ, ਇਹ ਨਾ ਹੋਵੇ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਇੱਕ ਆਹ ਚੀਜ਼ ਮੈਂ ਤਾਂ ਸੇਵਾ ਕਰਦਾ। ਨਹੀਂ ਨਹੀਂ, ਸੇਵਾ ਹੋਵੇ ਨਿਰਇੱਛਤ ਹੋ ਕੇ। ਗੁਰਮੁਖੋ, ਜਿਹੜੇ ਗੁਰਸਿੱਖ ਨਿਰਇੱਛਤ ਹੋ ਕੇ ਸੇਵਾ ਕਰਦੇ ਨੇ ਨਾ, ਜਿਨ੍ਹਾਂ ਨੂੰ ਕੋਈ ਇੱਛਾ ਨਹੀਂ, ਕਈ ਸਾਰੀ ਉਮਰ ਹੋ ਗਈ ਦਾਤਾ ਹੀ ਮੰਗਦੇ ਰਹਿੰਦੇ ਨੇ, ਦਾਤਾ ਹੀ ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ। ਦਾਤਾ ਨੂੰ ਛੱਡ ਕੇ ਇਹਨਾਂ ਦਾਤਾਂ ਪਿੱਛੇ ਨਾ ਆਪਣੀ ਜ਼ਿੰਦਗੀ ਬਰਬਾਦ ਕਰੋ। ਜਿਹਨੇ ਦਾਤਾਂ ਦੇਣੀਆਂ ਨੇ ਉਸ ਦਾਤੇ ਨੂੰ ਇਹ ਮੰਗ ਲਓ, ਸਾਰਾ ਕੁਝ ਨਾਲ ਹੀ ਆ ਜਾਏਗਾ। ਤਾਂ ਸਤਨਾਮ ਸ੍ਰੀ ਵਾਹਿਗੁਰੂ। ਆਓ ਆਪਾਂ ਸਭ ਤੋਂ ਪਹਿਲਾਂ ਰਸਨਾ ਦੀ ਫਿਕਰ ਦਾ ਵਾਸਤੇ ਇਕਾਗਰਤਾ ਬਣਾਈਏ। ਮੈਂ ਭੈਣਾਂ ਦੇ ਚਰਨਾਂ 'ਚ ਬੇਨਤੀ ਕਰੂੰ, ਬੱਚੇ ਪਿਆਰੇ ਹੁੰਦੇ ਨੇ, ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਭਾਲੋ। ਆਪਣੇ ਕੋਲ ਸਮਾਂ ਥੋੜਾ ਹੈ, ਆਪਾਂ ਥੋੜੇ ਸਮੇਂ ਤੋਂ ਬਹੁਤਾ ਲਾਹਾ ਪ੍ਰਾਪਤ ਕਰਨਾ। ਦੇਖੋ, ਇਕਾਗਰਤਾ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਡਰਾਈਵਰ ਗੱਡੀ ਚਲਾ ਰਿਹਾ ਰੋਡ ਤੇ 5-10 ਮਿੰਟ ਧਿਆਨ ਇੱਧਰ ਉੱਧਰ ਹੋ ਜਾਏ, 5-10 ਮਿੰਟ ਤੇ ਬੜੀ ਦੂਰ ਦੀ ਗੱਲ ਹੈ, 1 ਮਿੰਟ ਹੀ ਧਿਆਨ ਇੱਧਰ ਉੱਧਰ ਹੋ ਜਾਏ, ਰੋਡ ਤੇ ਗੱਡੀ ਨਹੀਂ ਚੱਲਦੀ, ਐਕਸੀਡੈਂਟ ਹੋ ਜਾਂਦਾ। ਉੱਥੇ ਬੜੀ ਇਕਾਗਰਤਾ ਨਾਲ ਰਹਿਣਾ ਪੈਂਦਾ ਹੈ। ਮੇਰੀਆਂ ਭੈਣਾਂ ਗਾਂ ਵਿੱਚ ਪ੍ਰਸ਼ਾਦਾ ਬਣਾਉਂਦੀਆਂ ਨੇ, ਉੱਥੇ ਬੜੀ ਇਕਾਗਰਤਾ ਨਾਲ ਰਹਿਣਾ ਪੈਂਦਾ। ਕਿਤੇ ਲੂਣ ਮਿਰਚ ਮਸਾਲਾ ਵੱਧ ਨਾ ਪੈ ਜਾਏ, ਘੱਟ ਨਾ ਪੈ ਜਾਏ, ਉੱਥੇ ਬੜੀ ਇਕਾਗਰਤਾ ਨਾਲ। ਜ਼ਿਮੀਂਦਾਰ ਭਰਾ ਫਸਲਾਂ ਬੀਜਦੇ ਨੇ, ਉੱਥੇ ਬੜੀ ਇਕਾਗਰਤਾ ਵਰਤਣੀ ਪੈਂਦੀ। ਕਿਤੇ ਬੀਜ ਵੱਧ ਨਾ ਪੈ ਜਾਏ, ਕਿਤੇ ਘੱਟ ਨਾ ਪੈ ਜਾਏ। ਵੱਧ ਪੈ ਗਿਆ ਤਾਂ ਵੀ ਫਸਲ ਖਰਾਬ ਹੋ ਜਾਣੀ, ਜੇ ਘੱਟ ਪੈ ਗਿਆ ਤਾਂ ਵੀ ਚੰਗੀ ਨਹੀਂ ਹੋਣੀ। ਹੁਣ ਜੇ ਸਬਜ਼ੀ ਬਣਾਉਂਦਿਆਂ ਇਕਾਗਰਤਾ ਦੀ ਲੋੜ ਹੈ, ਫਸਲਾਂ ਬੀਜਣ ਜਾਂ ਵੱਢਣ ਲੱਗਿਆ ਇਕਾਗਰਤਾ ਦੀ ਲੋੜ ਹੈ, ਗੱਡੀ ਚਲਾਉਂਦਿਆਂ ਇਕਾਗਰਤਾ ਦੀ ਲੋੜ ਹੈ, ਫਿਰ ਅੱਜ ਸਤਸੰਗ ਕਰਦਿਆਂ ਵੀ ਇਕਾਗਰਤਾ ਦੀ ਲੋੜ ਹੈ। ਪ੍ਰਭੂ, ਆਓ ਆਪਾਂ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਇਕਾਗਰਤਾ ਬਣਾਈਏ। ਕੋਈ ਰਸਨਾ ਬਾਝੀ ਨਾ ਰਵੇ, ਬਿਨਾਂ ਕਹਿਣ ਤੋਂ ਹੀ ਇੱਕ ਵਾਰ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਤੇ ਮੇਰੇ ਸਤਿਗੁਰੂ ਅਰਦਾਸ ਮਹਾਰਾਜ ਦਾ ਐਸਾ ਦਾਰਾ ਇੱਥੇ ਤੇ ਗੂੰਗਿਆਂ ਨੂੰ ਵੀ ਰਸਨਾ ਮਿਲਦੀ ਹੈ। ਭਾਈ ਕੋਈ ਆਵੇ ਤੇ ਸਹੀ ਸਰਦਾ ਨਾਲ, ਕੋਈ ਆਵੇ ਤੇ ਸਹੀ। ਵੱਡੇ ਥੋੜੇ ਸਮੇਂ ਦੇ ਵਿੱਚ ਹੀ ਬਹੁਤੀ ਵਿਚਾਰ ਕਰਨੀ। ਕਰਮਾਂ ਨਾਲ ਮੇਰੀਆਂ ਭੈਣਾਂ, ਮੇਰੇ ਬਜ਼ੁਰਗ ਨੇ, ਮੇਰੇ ਵੀਰ ਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਬੈਠੇ। ਪਰਸੋਂ ਦੇ ਸੇਵਾ ਕਰਦੇ ਨੇ, ਖੰਡ ਪਾਠ ਦੀ ਲੜੀ ਚੱਲਦੀ ਹੈ। ਲੜੀ ਦੇ ਤਹਿਤ ਬਾਣੀ ਆਦਿ ਤੋਂ ਮੱਧ ਤੋਂ ਸੰਪੂਰਨ ਭੋਗ ਪਾਏ ਗਏ। ਆਪ ਜੀ ਦੇ ਜੋੜੇ ਝਾੜਨ ਦਾ ਸਮਾਂ ਮਿਲਿਆ, 12 ਵੱਜ ਗਏ ਨੇ। ਆਪਾਂ ਨੇ 1:30 ਵਜੇ ਸਮਾਪਤੀ ਕਰਦੇ ਹਾਂ। ਦੇਖੋ ਕਿੰਨੇ ਸਾਲ ਹੋ ਗਏ ਆਪਾਂ ਨੂੰ ਜਨਮਿਆਂ ਨੂੰ। ਕੋਈ 35 ਸਾਲ ਦਾ, ਕੋਈ 40 ਸਾਲ ਦਾ, ਕੋਈ 52 ਸਾਲ ਦਾ, ਕੋਈ 60-65 ਸਾਲ ਦਾ। ਆਪਾਂ ਇਹ ਹਿਸਾਬ ਲਾਈਏ ਵੀ ਜਿੰਨੀ ਸਾਡੀ ਜ਼ਿੰਦਗੀ ਲੰਘੀ ਉਹਦੇ ਵਿੱਚ ਆਪਾਂ ਨੇ ਖੱਟਿਆ ਕੀ ਹੈ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ 'ਚ ਕੀ ਖੱਟਿਆ? ਗੁਰਮੁਖੋ, ਇਹ ਨਾ ਵੇਖੋ ਮੈਂ ਇੰਨੀ ਮਾਇਆ ਜੋੜੀ ਹੈ, ਇੰਨੀ ਮੈਂ ਜ਼ਮੀਨ ਬਣਾਈ ਹੈ। ਆਪਣੇ ਬੱਚਿਆਂ ਵਾਸਤੇ ਮੈਂ ਕੋਠੀ ਲਹਿਦਾ ਬਣਾਤੀ। 3 ਬੱਚੇ ਸੀ, 3 ਨੂੰ ਰਜਿਸਟ ਕਰ ਦਿੱਤਾ ਮੈਂ, ਵੱਖੋ ਵੱਖਰੇ ਘਰ ਬਣਾ ਕੇ ਦੇ ਦਿੱਤੇ। ਸਤਿਗੁਰ ਤੇ ਖਬਰਦਾਰ ਕਰਦੇ ਨੇ, ਅਮਰ ਕਾਜ ਤੇਰਾ ਕਿਤੇ ਨਾ ਕਾਮ। ਇਹ ਬੰਦਿਆਂ ਤੋਂ ਇਹ ਵੇਖ, ਮੈਂ ਇੱਥੇ ਜ਼ਿੰਦਗੀ ਜਿਉਣ ਵਾਸਤੇ ਆਇਆ, ਮੈਂ ਇੱਥੇ ਕਰਨ ਕੀ ਆਇਆ, ਮੇਰਾ ਇੱਥੇ ਦੁਨੀਆ ਦੇ ਆਉਣ ਦਾ ਮਕਸਦ ਕੀ ਆ। ਗੁਰਮੁਖੋ, ਰੱਬ ਨੇ ਆਪਾਂ ਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ। ਇਹ ਨਹੀਂ ਹੈ ਵੀ ਆਪਾਂ ਪਰਿਵਾਰ ਛੱਡ ਦਿੰਦੇ ਨੇ। ਪਰਿਵਾਰਾਂ ਵਿੱਚ ਰਹਿੰਦੇ ਹੋਏ ਸੂਰਮਾ ਬਣ ਜਾ। ਪਰਿਵਾਰ ਵੀ ਨਾਲ ਨਾਲ ਪਾਲੀ ਚਲ ਨਾਮਾ ਕਹੇ ਤੇ ਲੋਚਨਾ ਮੁਖ ਦੇ ਰਾਗ ਸੰਭਾਲ ਕਾਉ। ਕਾਮ ਕਰ ਹੱਥ ਪਾਉ,
ਜੀਤ ਨਿਰੰਜਨ ਆਪਣਾ ਜਿਹੜਾ ਮਨ ਹੈ, ਆਪਣਾ ਜਿਹੜਾ ਚਿੱਤ ਹੈ, ਉਹ ਹਰੀ ਦੇ ਨਾਲ ਜੋੜ ਕੇ ਰੱਖ, ਭਾਵ ਕਿ ਤੇਰੀ ਉਹਦੀ ਡੋਰ ਪਰਮੇਸ਼ਰ ਜੀ ਤੇਰੇ ਅੰਦਰ ਤਾਰ ਵੱਜਣੀ ਚਾਹੀਦੀ ਹੈ। ਭਾਵੇਂ ਤੂੰ ਕੋਈ ਬਿਜ਼ਨਸ ਕਰਦਾ ਹੈ, ਭਾਵੇਂ ਭੈਣਾਂ ਸਬਜ਼ੀ ਬਣਾਉਂਦੀਆਂ ਨੇ, ਭਾਵੇਂ ਪ੍ਰਸ਼ਾਦਾ ਲਾਉਂਦੀਆਂ ਨੇ, ਕੁਝ ਵੀ ਕੰਮ ਕਰਦੇ ਆ, ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਚੌਂਕੜਾ ਮਾਰ ਕੇ ਬਹਿਣਾ ਤਾਂ ਨਾਮ ਜਪਿਆ ਜਾ ਸਕਦਾ ਹੈ। ਉਹ ਇੱਕ ਅਲੱਗ ਵਿਸ਼ਾ ਹੈ। ਜੇ ਕਿਸੇ ਕੋਲ ਸਮਾਂ ਬਣਦਾ ਹੈ, ਜੇ ਕਿਸੇ ਕੋਲ ਸਮਾਂ ਨਿਕਲਦਾ ਹੈ, ਜੇ ਚੌਂਕੜਾ ਮਾਰ ਕੇ ਬਹਿ ਕੇ ਜਪਿਆ ਜਾਵੇ, ਉਹਦੇ ਵਰਗੀ ਰੀਸ ਕੋਈ ਨਹੀਂ। ਪਰ ਗੁਰਮੁਖੋ ਇਹ ਹੁਣ ਆਪਾਂ ਤੇ ਅਜੇ ਪਹਿਲੀ ਵਾਲੇ ਆ। ਇਹ ਕੰਮ ਜਿਹੜੇ ਤੁਰਦੇ ਫਿਰਦੇ ਨਾਮ ਜਪਣਾ, ਇਹ ਉਹਨਾਂ ਵਾਸਤੇ ਨੇ ਜਿਹੜੇ BA ਵਾਲੇ ਨੇ, ਜਿਹੜੇ ਇਸ ਮੰਜ਼ਲਾਂ ਦੇ ਉੱਤੇ ਪਹੁੰਚ ਗਏ ਨੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਦੇ ਅੰਦਰ ਸਿਮਰਨ ਨਿਰੰਤਰ ਚੱਲ ਰਿਹਾ ਹੈ, ਜਿਨ੍ਹਾਂ ਦੇ ਅੰਦਰ ਡੋਰ ਪੈਂਦੀ ਹੈ, ਜਿਨ੍ਹਾਂ ਨੂੰ ਇੱਕ ਖੇੜਾ, ਜਿਨ੍ਹਾਂ ਨੂੰ ਇੱਕ ਆਨੰਦ ਆਉਂਦਾ ਹੈ, ਇਹ ਉਹਨਾਂ ਵਾਸਤੇ ਹੈ। ਆਪਾਂ ਨੇ ਮੈਡੀਟੇਸ਼ਨ ਕਰਨਾ ਹੈ ਵੀ ਸਾਡੇ ਅੰਦਰ, ਕਿਉਂਕਿ ਸਤਿਗੁਰ ਜੇ ਆਪਾਂ ਰੱਬ ਨੂੰ ਪਾਉਣਾ, ਰੱਬ ਪਹਾੜਾਂ ਜੰਗਲਾਂ ਦੇ ਵਿੱਚ ਨਹੀਂ ਵੱਸਦਾ, ਉੱਤੇ ਬੰਦੇ ਦੇ ਸਰੀਰ ਦੇ ਅੰਦਰ ਹੈ। ਇਹ ਭੁਲੇਖਾ ਨਾ ਰੱਖਿਓ ਵੀ ਆਪਾਂ ਮੰਦਰ ਮਸੀਤਾਂ ਦੇ ਵਿੱਚ ਭੱਜੇ ਫਿਰਦੇ ਆਂ ਵੀ ਇੱਥੇ ਆਪਾਂ ਨੂੰ ਰੱਬ ਨਹੀਂ। ਰੱਬ ਜਿਹਨੂੰ ਮਿਲਿਆ ਸਰੀਰ ਦੇ ਅੰਦਰੋਂ ਮਿਲਿਆ, ਤੇ ਜਿਹਨੂੰ ਮਿਲਣਾ ਸਰੀਰ ਦੇ ਅੰਦਰੋਂ ਮਿਲਣਾ ਹੈ। ਗੁਰਮੁਖੋ ਕਿੱਡੀ ਤਰੱਕੀ ਕੀਤੀ ਹੈ ਇਨਸਾਨ ਨੇ, ਬਹੁਤ ਕੁਝ ਖੋਜ ਲਿਆ, ਪਰ ਆਪਣੇ ਸਰੀਰ ਨੂੰ ਨਹੀਂ ਖੋਜਿਆ। ਉਹ ਬੈਠੇ ਸਾਡੇ ਅੰਦਰ ਗਿਆ, ਸਾਡੇ ਸਰੀਰ ਦੇ ਅੰਦਰ ਬਹਿ ਗਿਆ। ਉਹਨੂੰ ਪਤਾ ਸੀ ਵੀ ਇਹਨੇ ਚੰਦਰਮਾ ਤੱਕ ਪਹੁੰਚ ਕਰ ਲੈਣੀ ਹੈ, ਇਹਨੇ ਸਾਰਾ ਕੁਝ ਖੋਜ ਲੈਣਾ, ਪਰ ਆਪਣਾ ਸਰੀਰ ਨਹੀਂ ਖੋਜਣਾ। ਉਹ ਬੈਠੇ ਸਾਡੇ ਅੰਦਰ ਗਿਆ। ਜਿੰਨਾ ਚਿਰ ਬਹਿ ਕੇ ਸੁਰਤ ਨੂੰ ਟਿਕਾਉਂਦਾ ਨਹੀਂ, ਜਿੰਨਾ ਚਿਰ ਤੂੰ ਸੁਰਤ ਨੂੰ ਜੋੜਦਾ ਨਹੀਂ, ਇੱਥੇ ਆਪਾਂ ਸਮਝਣ ਵਾਸਤੇ ਆਇਆ, ਆਪਾਂ ਸੌਣ ਵਾਸਤੇ ਨਹੀਂ ਆਏ। ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਇਦਾਂ ਦਾ, ਜਦੋਂ ਵਿਚਾਰ ਚੱਲਦੀ ਹੈ ਵੀ ਕਾਲ ਵੀ ਛੇਤੀ ਆਪਣਾ ਦਾਇਰਾ ਦਿਖਾਉਂਦਾ, ਫਿਰ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ। ਇਹ ਅਰਦਾਸ ਕਰਿਓ, ਮਹਾਰਾਜ ਜੀ ਜੇ ਸਾਡਾ ਸਰੀਰ ਇਕੱਲਾ ਇੱਥੇ ਆਇਆ, ਜੇ ਸਾਡੇ ਤਨ ਦੀ ਹਾਜ਼ਰੀ ਲੱਗਦੀ ਹੈ, ਸਾਡਾ ਮਨ ਵੀ ਇੱਥੇ ਹਾਜ਼ਰ ਹੋਣਾ ਚਾਹੀਦਾ। ਕਿਉਂਕਿ ਮਨ ਦੇ ਸਮਝਣ ਦਾ ਵਿਸ਼ਾ, ਜੇ ਮਨ ਗੈਰ ਹਾਜ਼ਰ ਹੈ, ਫਿਰ ਤੇ ਇਕੱਲਾ ਸਰੀਰ ਹੀ ਬੈਠਾ, ਮਨ ਕਿਤੇ ਹੋਰ ਦੌੜਿਆ ਫਿਰਦਾ, ਕਿਸੇ ਦਾ ਵਪਾਰਾਂ 'ਚ ਦੌੜਿਆ ਫਿਰਦਾ, ਕਿਸੇ ਦੇ ਗੱਡੀਆਂ 'ਚ, ਕਿਸੇ ਨੇ ਕਿਤੇ ਜਾਣਾ ਸੀ ਜ਼ਰੂਰੀ ਕੰਮ, ਵੀ ਇੱਥੇ ਹਾਜ਼ਰੀ ਲਵਾ ਕੇ ਮੱਥਾ ਟੇਕ ਕੇ ਲੰਘ ਜਾਗਾ। ਬਹੁਤ ਕਿਸਮ ਦੀ ਦੁਨੀਆ ਹੁੰਦੀ ਹੈ ਸੰਗਤ ਵਿੱਚ, ਹਰ ਪ੍ਰਭ ਦਾ ਬੰਦਾ ਹੁੰਦਾ ਹੈ। ਇਹ ਵੇਖਣਾ ਅਸੀਂ ਆਪਾਂ ਨੇ ਐਡਜਸਟਮੈਂਟ ਕਰਨੀ ਹੁੰਦੀ ਹੈ ਵੀ ਆਪਾਂ ਨਾਲ ਪਰਿਵਾਰਾਂ ਦੇ ਵਿੱਚ ਵੀ ਰਹੋ, ਨਾਲ ਪਰਿਵਾਰਾਂ ਦੀ ਸੇਵਾ ਵੀ ਕਰੋ, ਆਪਣੀ ਜ਼ਿੰਮੇਵਾਰੀਆਂ ਵੀ ਨਿਭਾਓ, ਪਰ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਸ ਪਰਮੇਸ਼ਰ ਨੂੰ ਨਹੀਂ ਭੁੱਲਣਾ ਚਾਹੀਦਾ। ਇਹ ਬੰਦਿਆ, ਤੂੰ ਜਿਹੜੇ ਪਿੱਛੇ ਕੰਮ ਕਰਕੇ ਆਇਆ, ਉਹਨਾਂ ਤੋਂ ਖਹਿੜਾ ਸੁਣਾਉਣ ਵਾਸਤੇ ਤਾਂ ਜਨਮ ਲਿਆ। ਆਪਾਂ ਰੋਜ਼ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਆ, ਇਹ ਸਰੀਰਾ ਮੇਰੇ ਇਹ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਕਈ ਵਾਰੀ ਬਾਬਾ ਜੀ ਪੜ੍ਹਦੇ ਹੁੰਦੇ ਸੀ ਧਾਰਨਾ, ਇਹ ਸਰੀਰਾ ਮੇਰਿਆ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏਗਾ। ਇਸ ਸਰੀਰਾ ਮੇਰਿਆ, ਇਸ ਜਗ ਮੈਂ ਆਏਗਾ। ਸਰੀਰਾ ਮੇਰਿਆ, ਇਸ ਜਗ ਮੈਂ ਆਏਗਾ। ਇਸ 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 ਸਰੀਰਾ ਮੇਰਿਆ, ਇਸ ਜਗ ਮੈਂ ਆਏਗਾ। ਸਰੀਰਾ ਮੇਰਿਆ, ਇਸ ਜਗ ਮੈਂ ਆਏਗਾ। ਇਸ ਸਰੀਰਾ
ਵਿਦਿਆ ਦੇ ਮਨ ਗਵਾਈ ਸਤਿਨਾਮ ਬੁਲਾਇਆ ਸਤਿਨਾਮ ਬੁਲਾਇਆ ਸਰੀਰਾ ਮੇਰਾ ਕਿਆ ਗੁਣ ਕਰਮ ਕਮਾਇਆ 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 ਸਰੀਰਾ ਮੇਰਾ ਐ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਦੁੱਧ ਕਰਮੋ ਕਿ ਜਦੋਂ ਆਪਾਂ ਨੇ ਜਾਣਾ ਪੁੱਛਿਆ ਜਾਣਾ ਉੱਥੇ ਜਾਤਾਂ ਪਾਤਾਂ ਨਹੀਂ ਵੇਖੀਆਂ ਜਾਣੀਆਂ ਉੱਥੇ ਤੇ ਕਰਮ ਵੇਖੇ ਜਾਣੇ ਉੱਥੇ ਤੇ ਭਗਤੀ ਕੌਮ ਵੇਖਿਆ ਜਾਣਾ ਉੱਥੇ ਵੇਖਿਆ ਜਾਣਾ ਕਿੰਨੀ ਤੂੰ ਸੰਗਤ ਕੀਤੀ ਹੈ ਕਿੰਨਾ ਰਹਿ ਕੇ ਚੌਂਕੜਾ ਮਾਰ ਕੇ ਤੇ ਨਾਮ ਜਪਿਆ ਕਿੰਨੀ ਸੰਗਤਾਂ ਦੀ ਸੇਵਾ ਕੀਤੀ ਹੈ ਉੱਥੇ ਇਹ ਨਹੀਂ ਵੇਖਿਆ ਜਾਣਾ ਵੀ ਕਿੰਨੀਆਂ ਕਿੰਨੀਆਂ ਕੋਠੀਆਂ ਬਣਾ ਕੇ ਆਇਆ ਕਿੰਨੀ ਆਪਣੀ ਜ਼ਮੀਨ ਬਣਾਈ ਹੈ ਕਿਹੜੀ ਗੱਡੀ ਰੱਖੀ ਸੀ ਨਹੀਂ ਗੁਰਮੁਖੋ ਇਹ ਸਾਰੀਆਂ ਚੀਜ਼ਾਂ ਤੇ ਨਾਸਵਾਦ ਚੀਜ਼ਾਂ ਨੇ ਇਹਨਾਂ ਨੇ ਨਾਸ ਹੋ ਜਾਣਾ ਇਹਨਾਂ ਨੇ ਫਨਾ ਹੋ ਜਾਣਾ ਜਿਹੜੀ ਸਾਡੇ ਸਤਿਗੁਰ ਰਵਿਦਾਸ ਮਹਾਰਾਜ ਨੇ ਕਮਾਈ ਕੀਤੀ ਹੈ ਉਹੀ ਕਮਾਈ ਸਾਡੇ ਨਾਲ ਜਾਣੀ ਇਹ ਅਰਦਾਸ ਕਰੀਏ ਮਹਾਰਾਜ ਜੀ ਤੁਹਾਡੇ ਵਰਗੇ ਬਣਦੇ ਨਹੀਂ ਸਕਦੇ ਪਰ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਆਪਣਾ ਜੀਵਨ ਬਣਾਵਾਂਗੇ ਇਹੀ ਅਰਦਾਸ ਗੁਰਮੁਖੋ शिव जी की नगरी दे विच कांशी शहर दे विच नाल ही पिंड पैंदा गोवर्धनपुर उथे 1433 ईस्वी दे विच शिव जी की नगरी कांशी दे विच गोवर्धनपुर दे पिंड दे विच रहिंदा है कालू जी ਉਹਦੇ ਘਰ ਵਾਲੀ ਬੀਬੀ ਹੈ ਲਖਪਤੀ ਜੀ ਸਰੋਏ ਇਹ ਕਾਲੂ ਜੀ ਕੌਣ ਸੀ ਕਾਲੂ ਸੀ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਦਾ ਨਾਮ ਸੀ ਕਾਲੂ ਜੀ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਦਾਦੀ ਸੀ ਉਹਦਾ ਨਾਮ ਸੀ ਲਖਪਤੀ ਜੀ ਸਰੋਏ ਗੁਰਮੁਖੋ कालू जी ने घर संतोख दास जी ने जन्म लिया संतोख दास जी बड़े हो गए पालिया पोसिया पुत्र नूं बड़ा कीता पढ़ाया विआह करिया काम करदे सी पशु मरे हुए चुकने उन्हां दा चम उतारना खल देड़नी उन्हां दीयां साध संगत दी जुत्तियां बनाउणीਆਂ जोड़े बनाउणे उदों सानू कई वर्गां दे विच वंड दिता गया सी सानू नीच चमार समझिया जांदा सी सानू माड़े समझिया जांदा सी सानू शूद्र समझिया जांदा सी सानू आम राहां ते चलण दी आग्या नहीं सी जे आपां आम राह ते भी चलदे सी ना ओदी भी सजा भोगणी पैंदी सी पिछे बड़ा सारा एक कपड़ा बन देना नाल झिंग बन देनी भी इन्हां दी जिहड़ी पैड़ है चमारां दी साडी ये पिट्टे ना जाइए सी ये पैड़ खत्म होंदी जाए चमारां दे साध संगत जी जानवरां दे पंछियां दे खंभ लाउणे पैंदे सी भी दूरों पछाणिया जावे भी ये नीच जात दा शूद्र एक कुज्जा बन्निया हुंदा सी भी जे इहने थुकणा ते कुज्जे च थुके इदां दीयां मनाहियां सानू सी शमशान घाट की तरह सानू माड़े समझिया जाता सी जिद्दां बंदे शमशान घाट तो डरते ने इदां नीच जात तो साडे लोकां तो वितकरा किया जाता सी उन्हां समयां दे वेले पंडित जिहड़े पंडित सी उन्हां समयां दे विच राजे भी उन्हां दे नाल लड़े हुए सी भी ये डराया होया सी भी किते सानू शराब ना दे देण देखो भी एक ये बड़ा वड्डा रौला शराब दा भी मैं तेनों शराब दे दांगा गुरमुखो गुरु घर दे विच किते ऐसा कोई बंदा नहीं जिहड़ा किसी नूं शराब दे दे हाँ एक गल है शराब ते नहीं कोई दे सकदा गुरु घर दे विच सराफे हुए जीवां दा भला जरूर हुंदा है को सतनाम श्री वाहिगुरू भला ते हो जांदा है पर कोई शराब नहीं दे सकदा हो जांदियां ने गलतियां भुल्लां गलतियां दा पुतला इंसान हो जांदा है पर गुरमुखो
ਉਹਨਾਂ ਵੇਲਿਆਂ ਦੇ ਪੰਡਤ ਨਾਲ ਡਰਾਇਆ ਸੀ ਵੀ ਤੁਹਾਨੂੰ ਸ਼ਰਾਪ ਦੇ ਦਿਆਂਗੇ। ਰਾਜੇ ਡਰਦੇ ਸੀ। ਸਾਡੇ ਲੋਕ ਗੁਰਬਾਣੀ ਨਹੀਂ ਸੀ ਸੁਣ ਸਕਦੇ, ਕੰਨਾਂ 'ਚ ਸਿੱਕਾ ਘੋਲ ਕੇ ਪਾ ਦਿੰਦੇ ਸੀ ਜੀ ਕਿਤੇ ਫੜਿਆ ਜਾਂਦਾ ਸੀ। ਖੁਸ਼ੀ ਨਾਮ ਦੀ ਤੇ ਕੋਈ ਚੀਜ਼ ਸਾਡੀ ਜ਼ਿੰਦਗੀ 'ਚ ਹੈ ਨਹੀਂ ਸੀ, ਅਸੀਂ ਖੁਸ਼ੀ ਨਹੀਂ ਸੀ ਮਨਾ ਸਕਦੇ। ਆਪਣੇ ਆਪ ਆਪਣੀ ਮਰਜ਼ੀ ਨਾਲ ਅਸੀਂ ਆਪਣਾ ਕੋਈ ਨਾਮ ਨਹੀਂ ਰੱਖ ਸਕਦੇ ਸੀ। ਇੱਥੇ ਮੈਂ ਬਾਹਰੇ ਜਾਵਾਂ ਮੇਰੇ ਗੁਰਦੇਵ ਦੇ ਰਵਿਦਾਸ ਜੀ ਦੇ, ਡਾਕਟਰ ਅੰਬੇਦਕਰ ਜੀ ਦੇ, ਜਿਨ੍ਹਾਂ ਦੇ ਸਦਕਾ ਆਪਣਾ ਅਮਾਨ ਮਿਲਦਾ ਹੈ, ਸਾਨੂੰ ਜੋੜੇ ਝਾੜਨ ਦਾ ਸਮਾਂ ਮਿਲਦਾ ਹੈ। ਕਿਤੇ ਸੁਣ ਨਹੀਂ ਸੀ ਸਕਦੇ, ਹੁਣ ਸਾਡੇ ਹੱਕ ਸਾਨੂੰ ਮਿਲ ਗਏ, ਆਪਾਂ ਗਾ ਵੀ ਸਕਦੇ ਹਾਂ, ਬਾਣੀ ਪੜ੍ਹ ਵੀ ਸਕਦੇ ਹਾਂ। ਕੋ ਗਾਵੇ ਕੋ ਸੁਣੈ ਹਰ ਨਾਮਾ ਤੇ ਤਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਉਦੋਂ ਤੇ ਨਹੀਂ ਸੀ ਸੇਵਾ ਕਰ ਸਕਦੇ, ਉਦੋਂ ਤੇ ਨਹੀਂ ਸੀ ਮੰਦਰਾਂ 'ਚ ਜਾ ਸਕਦੇ, ਪਰ ਹੁਣ ਤੇ ਕਰ ਸਕਦੇ ਆ ਨਾ। ਆਪਾਂ ਭੈਣਾਂ ਦੇ ਚਰਨਾਂ 'ਚ ਬੇਨਤੀ ਆ, ਰੌਲੇ ਤੋਂ ਕੰਟਰੋਲ ਕਰਕੇ ਬੈਠੋ, ਚੁੱਪ ਦਾ ਦਾਨ ਕਰਕੇ ਬੈਠੋ। ਹੁਣ ਤੇ ਆਪਾਂ ਮਨ ਦੇ ਨਾਲ ਤਨ ਦੇ ਨਾਲ ਸੇਵਾ ਕਰ ਸਕਦੇ ਆ। 3 ਦਿਨ ਹੋ ਗਏ ਲਗਾਤਾਰ ਇਹ ਸਾਧ ਜੀ, ਹੁਣ ਆਪਾਂ ਲਾਹੇ ਪ੍ਰਾਪਤ ਕਰ ਸਕਦੇ ਹਾਂ। ਕਈ ਵਾਰੀ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ, ਉਹ ਨਾਮ ਜਪਿਆ ਤੇ ਦੂਰ ਹੁੰਦੇ ਦੁੱਖ ਨੇ, ਸੇਵਾ ਕਰਕੇ ਮਾਣ ਪਾਈ ਦਾ। ਨਾਮ ਜਪਿਆ ਤੇ ਦੂਰ ਹੁੰਦੇ ਦੁੱਖ ਨੇ, ਸੇਵਾ ਕਰਕੇ ਮਾਣ ਪਾਈ ਦਾ। ਸੇਵਾ ਕਰਕੇ ਮਾਣ ਪਾਈ ਦਾ। ਨਹੀਂ ਰਹਿੰਦਾ। ਆਪਾਂ ਕਈ ਵਾਰੀ ਕਹਿੰਦੇ ਆ ਨਾ ਫਲਾਣਾ ਤੇ ਬੜਾ ਰੱਬ ਰੱਬ ਕਰਦਾ, ਉਹਦੇ ਕੋਲ ਤੇ ਸੁੱਖ ਆਏ ਨੇ, ਕਿਉਂਕਿ ਅੱਜ ਕੱਲ ਟੋਕ ਟਕਈਆ ਜ਼ਿਆਦਾ ਹੁੰਦਾ। ਇੱਕ ਸਵਾਲ ਸਾਧ ਸੰਗਤ ਜੀ ਐਸਾ ਹੋ ਜਾਂਦਾ, ਉਹਦੇ ਕਈ ਪ੍ਰਸ਼ਨ ਬਣ ਜਾਂਦੇ।
ਫਿਰ ਕਈ ਜਵਾਬਾਂ ਨਾਲ ਸਮਝਾਉਣਾ ਪੈਂਦਾ, ਭਾਈ ਏਦਾਂ ਨਹੀਂ ਫਿਰ ਏਦਾਂ ਕਹਿਣਗੇ ਜੀ। ਸਾਡੇ ਸਾਹਮਣੇ ਪਿੰਡੋਂ ਸਾਡਾ ਤੇ ਬੜਾ ਬੰਦਾ ਨਾਮ ਜਪਦਾ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ, ਉਹਦੇ ਕੋਲ ਤੇ ਸੁੱਖ ਆਏ ਨਾ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਗੁਰਸਿੱਖੋ, ਉਹਦੇ ਕੋਲ ਸੰਤੋਖੀ ਆ ਜਾਂਦੀ ਹੈ, ਉਹਦਾ ਮਨੋਬਲ ਰੱਜ ਜਾਂਦਾ ਅੰਦਰੋਂ, ਉਹਨੂੰ ਦੁੱਖ ਵੀ ਸੁੱਖ ਵਰਗੇ ਮਹਿਸੂਸ ਹੋ ਜਾਂਦੇ ਨੇ। ਨਹੀਂ ਤੇ ਸਾਡਾ ਮਨ ਐਸੀ ਚੀਜ਼ ਹੈ ਤੇ ਅੱਗ ਦੀ ਚਿਖਾ ਵਿੱਚ ਜਾ ਕੇ ਉਹਦੇ ਨਾਲੇ ਰੱਜਦਾ ਨਹੀਂ, ਇਹ ਤਾਂ ਰੱਜ ਹੁੰਦਾ। ਜਦੋਂ ਲੱਕੜਾਂ 'ਚ ਜਾ ਕੇ ਧਰ ਕੇ ਅੱਗ ਲਾ ਦੇ ਨਾ ਫਿਰ ਰੱਜਦਾ, ਨਹੀਂ ਰੱਜਦਾ। ਨਹੀਂ ਤੇ ਇੱਕ ਸਾਡਾ ਇੱਕ ਚੀਜ਼ ਪੂਰੀ ਨਹੀਂ ਹੋਈ, ਦੂਜੀ ਡਿਮਾਂਡ ਖੜੀ ਹੈ, ਉਹ ਪੂਰੀ ਨਹੀਂ ਹੋਈ, ਤੀਜੀ ਖੜੀ ਹੈ, ਸਾਰੀ ਜ਼ਿੰਦਗੀ ਉਹ ਡਿਮਾਂਡਾਂ 'ਚ ਫਸਾ ਕੇ ਲਗਾ ਦਿੰਦਾ। ਮਨ ਕੀ ਚੀਜ਼ ਹੈ? ਸੰਕਲਪ ਤੇ ਵਿਕਲਪ ਨੂੰ ਮਿਲਾ ਕੇ ਇੱਕ ਮਨ ਬਣਦਾ ਹੈ। ਸੰਕਲਪ ਕਹਿੰਦੇ ਨੇ ਚੰਗੀ ਚੀਜ਼ ਕਰਨੀ ਹੈ, ਵਿਕਲਪ ਕਹਿੰਦੇ ਨੇ ਮਾੜਾ ਕਰਨਾ ਹੈ। ਇਹਨਾਂ ਨੂੰ ਦੋਹਾਂ ਨੂੰ ਮਿਲਾ ਕੇ ਇੱਕ ਮਨ ਬਣਦਾ ਹੈ। ਮਨ ਹੈ ਕੀ ਹੈ? ਤ੍ਰਿਕੋਟੀ ਦੇ ਰਹਿਣ ਵਾਲਾ ਬ੍ਰਹਮਾ ਦੀ ਅੰਸ਼ ਹੈ। ਸਾਡੇ ਸਰੀਰ ਦੇ ਅੰਦਰ ਸਾਰਾ ਦਿਨ ਸਾਨੂੰ ਕੱਟ ਪੁਤਲੀਆਂ ਦੀ ਤਰ੍ਹਾਂ ਨਚਾਉਂਦਾ ਰਹਿੰਦਾ ਹੈ। ਇਹਨੇ ਟਿਕਾਣੇ ਕਿੱਥੋਂ ਆਉਣਾ ਹੈ? ਜਦੋਂ ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪਾਂਗੇ, ਸ਼ਬਦ ਨਾਲ ਜੁੜਾਂਗੇ, ਅਭਿਆਸ ਨਾਲ ਜੁੜਾਂਗੇ। ਨਾਮ ਜਪਦੇ 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 ਮਨ ਨੂੰ ਚੋਟਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਚੋਟਾਂ ਖਾ ਕੇ ਮਨ ਆਪਣੇ ਨਿੱਜ ਘਰ ਦੇ ਵਿੱਚ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ। ਮਨ ਉੱਥੋਂ ਨਿਕਲ ਜਾਂਦਾ ਹੈ, ਵਿਚਾਲੇ ਕੰਧ ਬਣੀ ਹੋਈ ਹੈ ਪ੍ਰਮਾਤਮਾ ਤੇ ਆਤਮਾ ਦੇ ਮਨ, ਉਹਦੇ ਵਿੱਚੋਂ ਨਿਕਲ ਜਾਂਦਾ ਹੈ। ਫਿਰ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੋ ਜਾਂਦਾ ਹੈ। ਫਿਰ ਬੰਦਾ ਨਹੀਂ ਰਹਿੰਦਾ, ਖੁਦ ਰੱਬ ਬਣ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖੁਦ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ। ਹੌਲੀ ਹੌਲੀ ਅਵਸਥਾ ਬਣਦੀ ਹੈ, ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਲੱਤਾਂ ਸੁੰਨ ਹੋ ਜਾਣਗੀਆਂ। ਇਹ ਪਹਿਲੀ ਸਟੇਜ ਹੈ। ਉਹਦੀ ਕੋਈ ਦਵਾਈ ਲੈਣ ਦੀ ਕੋਸ਼ਿਸ਼ ਨਾ ਕਰਿਓ, ਜਿੱਦਾਂ ਅਭਿਆਸ ਬਣਦਾ ਉਹ ਹੌਲੀ ਹੌਲੀ ਸਾਰਾ ਸਿਸਟਮ ਸੈੱਟ ਹੋ ਜਾਂਦਾ ਹੈ। ਜਦੋਂ ਸਰੀਰ ਸੁੰਨ ਹੋਣਾ ਸ਼ੁਰੂ ਹੋ ਗਿਆ, ਬਿਲਕੁਲ ਸੁੰਨ ਹੋਣਾ, ਫਿਰ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ ਹੈ। ਕਮਾਈ ਕਰਨੀ ਬਹੁਤ ਸੌਖੀ ਹੈ, ਪਰ ਇਹਨੂੰ ਸਾਂਭ ਕੇ ਰੱਖਣਾ ਬਹੁਤ ਔਖਾ ਹੈ। ਪਹਿਲਾਂ ਸਾਡੇ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨਾ ਪੈਂਦਾ। ਇਹ ਕਿਵੇਂ ਹੁੰਦਾ? ਸੇਵਾ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ ਕਈ ਹੁਣ ਮੇਰੇ ਵਰਗੇ ਆਉਂਦੇ ਨੇ ਗੁਰਦੁਆਰੇ ਝਾੜੂ ਮਾਰ ਕੇ ਨਾ, ਇੱਥੇ ਤੇ ਵਾਹਿਗੁਰੂ ਵਾਹਿਗੁਰੂ ਕਰਕੇ ਝਾੜੂ ਮਾਰਨਾ ਹੈ। ਜਦੋਂ ਗੇਟੋਂ ਬਾਹਰ ਹੋ ਗਏ ਫਲਾਣਾ ਇਦਾਂ ਕਰਦਾ ਹੈ, ਉਹ ਇਦਾਂ ਕਰਦਾ, ਉਹ ਇਦਾਂ ਕਰਦਾ ਹੈ। ਇਹ ਫਿਰ ਇਹ ਖਰਾਬ ਹੋ ਜਾਂਦਾ ਹੈ ਸਿਸਟਮ। ਕਿਉਂਕਿ ਐਸਾ ਬਣ ਜਾ, ਜੇ ਤੂੰ 5 ਬਾਣੀਆਂ ਦਾ ਨਿਤਨੇਮ ਕੀਤਾ ਹੈ ਨਾ, ਜੇ ਤੂੰ ਗੁਰਬਾਣੀ ਪੜ੍ਹੀ ਹੈ, 5 ਬਾਣੀਆਂ ਦਾ ਨਿਤਨੇਮ ਤੈਂ ਕੀਤਾ ਹੈ, ਉਹਨਾਂ 5 ਬਾਣੀਆਂ ਦਾ ਅਸਰ ਤੈਨੂੰ ਸਾਰਾ ਦਿਨ ਚੜ੍ਹਿਆ ਰਹਿਣਾ ਚਾਹੀਦਾ ਹੈ। ਪਤਾ ਲੱਗੇ ਵੀ ਤੂੰ ਨਿਤਨੇਮ ਕਰਕੇ ਆਇਆ ਤੇ ਬਾਣੀ ਪੜ੍ਹੀ ਹੈ। ਕਿਉਂਕਿ ਤੇਰੇ ਕੋਲੋਂ ਸੁਗੰਧੀ ਆਵੇ ਨਾਮ ਦੀ। ਦੁਨੀਆ ਦੀਆਂ ਸੁਗੰਧੀਆਂ ਤੇ ਸਾਰੀਆਂ ਝੂਠੀਆਂ, ਇੰਨੇ ਰੰਗ ਲਾਗਤ ਹੈ, ਭਾਉ ਭਾਗਤ। ਇੱਕ ਵਾਰ ਜੇ ਇਹ ਰੰਗ ਤੁਹਾਨੂੰ ਚੜ ਗਿਆ, ਇੱਕ ਵਾਰ ਜੇ ਇਹ ਅੰਦਰ ਘਰ ਕਰ ਗਿਆ ਨਾ, ਵੀ ਇਹ ਸਿਸਟਮ ਕਿੱਦਾਂ ਪ੍ਰਮਾਤਮਾ ਨੂੰ ਵਿਰਲੇ ਨੇ। ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ, ਕਿਸੇ ਦੀ ਕੋਈ ਇੱਛਾ ਹੁੰਦੀ ਹੈ, ਕਿਸੇ ਦੀ ਕੋਈ ਇੱਛਾ ਹੁੰਦੀ ਹੈ, ਪਰ ਲੱਖਾਂ ਸਾਲ ਬਾਅਦ ਮਾਂ ਐਸੇ ਪੁੱਤ ਨੂੰ ਜਨਮ ਦਿੰਦੀ ਹੈ ਜਿਹਦੀ ਇੱਛਾ ਹੋਵੇ ਮੈਂ ਰੱਬ ਨੂੰ ਮਿਲਣਾ ਹੈ। ਮੇਰੇ ਇੱਛਤ ਹੁੰਦੇ ਨੇ ਕਈ, ਜਿਵੇਂ ਆਪਾਂ ਵਿਚਾਰ ਕਰਦੇ ਆ, 20 ਸਾਲ ਹੋ ਗਏ ਸੰਤੋਖ ਦਾਸ ਜੀ ਦੇ ਵਿਆਹ ਨੂੰ, ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਹੋਈ। 20 ਸਾਲ ਹੋ ਗਏ। ਇਧਰ ਪੰਡਤਾਂ ਦਾ ਜ਼ੋਰ ਹੈ, ਨਾ ਕਿਸੇ ਨੂੰ ਜੀਣ ਦਿੰਦੇ ਨੇ, ਨਾ ਕਿਸੇ ਦਾ ਹੱਕ ਲੈਣ ਦਿੰਦੇ ਨੇ, ਸਦਾ ਹੀ। ਪਰ ਗੁਰਮੁਖੋ 21 ਸਾਲਾਂ ਬਾਅਦ ਗੋਵਰਧਨਪੁਰ ਦੀ ਧਰਤੀ ਦੇ ਵਿੱਚੋਂ ਮਾਤਾ ਕਲਸਾ ਦੀ ਕੁੱਖੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅਗਮਨ ਪੁਰਬ ਧਾਰਿਆ। 1433 ਦੇ ਵਿੱਚ ਉਹਨਾਂ ਨੇ ਜਨਮ ਲਿਆ। ਗੁਰਮੁਖੋ 643 ਸਾਲ ਹੋ ਗਏ ਅੱਜ। 643ਵਾਂ ਆਪਾਂ ਜਨਮ ਦਿਹਾੜਾ। ਕੱਲਾ ਇੱਥੇ ਹੀ ਨਹੀਂ, ਸਾਰੇ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਸੋਭਾ ਹੋ ਰਹੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ। ਜਿਹੜੇ ਗੁਰਸਿੱਖ ਆਪਣੇ ਮਨਾਂ ਨੂੰ ਜਿੱਤ ਲੈਂਦੇ ਨੇ, ਜਿਹੜੇ ਬੰਦੇ ਆਪਣੇ ਮਨਾਂ ਨੂੰ ਜਿੱਤ ਲੈਂਦੇ ਨੇ, ਉਹਨਾਂ ਨੂੰ ਸਦਾ ਜਗ ਯਾਦ ਕਰਦਾ ਹੈ। ਕੌਣ ਭੁੱਲਿਆ ਅੱਜ ਮਹਾਂਪੁਰਸ਼ ਰਾੜੇ ਵਾਲੇ ਮਹਾਂਪੁਰਸ਼ ਬਾਬਾ ਈਸਰ ਸਿੰਘ ਰਾੜੇ ਵਾਲੇ ਨੇ? ਕੌਣ ਭੁੱਲਿਆ ਅੱਜ ਬਾਬਾ ਸਾਧ ਸੰਗਤ ਜੀ, ਬਾਬਾ ਅਤਰ ਸਿੰਘ ਜੀ ਵਸਤੂਆਣਾ ਸਾਹਿਬ ਵਾਲੇ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਬਾਬਾ ਵੀਰਵਦਾਸ ਜੀ ਵਧੌਸੀ ਵਾਲੇ, ਬਾਬਾ ਜਗਤ ਰਾਮ ਜੀ ਭਨਿਆਣੀ ਤੁਹਾਡੇ ਲਵਈਆ। ਕਿੱਡੇ ਕਿੱਡੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਆਪਣੇ ਮਨ ਦੀ ਬਾਜੀ ਨੂੰ ਜਿੱਤ ਲਿਆ। ਆਪਾਂ ਤੇ ਬਾਜ਼ੀਆਂ ਹਾਰ ਜਾਣੀਆਂ ਨੇ, ਸਾਡੀ ਤੇ ਸਾਰੀ ਜ਼ਿੰਦਗੀ ਲੰਘ ਗਈ।
ਸਾਡੇ ਵਰਗੇ ਮਨਮੁਖਾਂ ਨੇ ਕਿਹੜੀਆਂ ਬਾਜ਼ੀਆਂ ਜਿੱਤਣੀਆਂ ਨੇ, ਪਰ ਜਿਹੜੇ ਗੁਰਸਿੱਖ ਹੁੰਦੇ ਨੇ ਨਾ, ਉਹ ਗੁਰਸਿੱਖ ਜਿੱਤ ਗਏ ਨੇ ਨਾਮ ਦੀ ਬਾਜ਼ੀ। अपनी नाम दी बाजी नूं जित के चले गए। ओए साडी सारी जिंदगी लंघी काम धंधियां दे विच झूठ बोलने, ठगियां मारनियां, माड़े माड़े कर्म करने, वो साडियां वारियां कदों सुधरनगियां। साध संगत जी, गुरु रविदास महाराज सच्चे पातशाह जी का 1433 दे विच आगमन पुरब होया। बड़े चावां नाल मां कलसा ने अपने पुत्र नूं पालिया। हरेक प्यो नूं खुशी हुंदी अपने पुत्र दी, हर एक मां नूं खुशी हुंदी अपने पुत्र दी। पर साध संगत जी, बड़े चावां नाल अपने पुत्र नूं पाल के ना बड़ा कीता। बड़ा करके साध संगत जी संतोख दास जी ना पंडित शारदानंद जी दे कोल ले गए। पहली गल ते अपने चमार लोकां नूं, नीच लोकां नूं, नीची जात सानू समझिया जांदा सी। इत्थे मैं फिर दोहरा दिया, ये जातां पातां दुनिया ने बनाईयां ने, रब दे घर विच कोई जात नहीं। उत्थे साध संगत जी अमलां दे नवेड़े होने ने, जात नहीं पुछी जानी। पर गुरमुखो, महाराज सच्चे पातशाह नूं शारदानंद पंडित कोल लै गए। पहली गल ते कोई पंडित उदों नीच जात नूं पढ़ाउंदा नहीं सी। जे कोई पढ़ाउंदा सी उहदे वास्ते सख्त कानून कीते गए सी लागू। वो पढ़ा सकदा सी जिहड़ा जात पात नूं मनदा नहीं सी। ना ते पंडित शारदानंद जात पात नूं मनदा सी। जात पात नूं ना मनण करके उहनूं अपने धर्म दे विचों छेक दित्ता गया सी। ਉਹਨੇ फिर गुरु रविदास महाराज जी ਨੂੰ ਪਿਤਾ ਸੰਤੋਖ ਦਾਸ ਥਾਲ ਦੇ ਵਿੱਚ ਗੁੜ ਪਾ ਕੇ ਕੱਪੜਾ ਲੈ ਕੇ ਨਾਲ ਉਹਨਾਂ ਨੂੰ ਭੇਟ ਕੀਤਾ। ਕਹਿੰਦੇ ਮੇਰੇ ਬੱਚੇ ਨੂੰ ਪੜਾਓ। ਸਾਧ ਸੰਗਤ ਜੀ, ਪੰਡਤ शारदानंद जी ने सतगुरु रविदास महाराज सच्चे पातशाह ਨੂੰ बड़े सवाल कीते, बड़े ढंग नाल सुचजे ढंग नाल पढ़ाउणा शुरू कीता।
पर गुरु रविदास महाराज सच्चे पातशाह मैं सदा बेनती करता हूं जे किसी ने बड़ा होकर डाकू बनना होवे ना ਉਹਦੇ ਸਰੂਪ ਹੀ ਲੱਛਣਾਂ ਦਾ ਪਤਾ ਲੱਗ ਜਾਂਦਾ ਜੇ ਕਿਸੇ ਨੇ ਸਾਧੂ ਬਣਨਾ ਬਾਣੀ ਦੀ ਜਗ੍ਹਾ ਜਗ੍ਹਾ ਪ੍ਰਮਾਣ ਦਿੱਤੇ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇ ਵਿਖਮ ਮਾਰਗ ਚੱਲਣਾ ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਉਹ ਸਾਧੂਆਂ ਦੀ ਵੱਖਰੀ ਚਾਲ ਹੁੰਦੀ ਹੈ ਦੁਨੀਆਦਾਰਾਂ ਵਿੱਚ ਬਹੁਤਾ ਰਚਦੇ ਮਿਲਦੇ ਨਹੀਂ ਉਹਨਾਂ ਦੀ ਵੱਖਰੀ ਚਾਲ ਹੁੰਦੀ ਹੈ ਦੁਨੀਆ 'ਚ ਨਹੀਂ ਬਹੁਤਾ ਖਚਤ ਹੁੰਦੇ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪੜਾਈਆਂ ਕੀ ਪੜ੍ਹਨੀਆਂ ਨੇ ਆ ਪੜਾਈਆਂ ਦਾ ਕੀ ਫਾਇਦਾ ਉਹ ਪੜਾਈ ਪੜੋ ਜਿਹਦੇ ਨਾਲ ਸੰਗਤ ਦਾ ਵੀ ਭਲਾ ਹੋਵੇ ਜਿਹਦੇ ਨਾਲ ਸੰਸਾਰ ਦਾ ਵੀ ਭਲਾ ਹੋਵੇ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਵਿੱਚ ਆਏ ਜਗਤ ਵਿੱਚ ਆ ਕੇ ਜਗਤ ਨੂੰ ਉਹਨਾਂ ਨੇ ਤਾਰਨਾ ਕੀਤਾ ਸਾਧ ਸੰਗਤ ਜੀ ਜਦੋਂ ਨਾ ਪੜ੍ਹੇ ਪੰਡਤ ਸਾਰਦਾ ਨਾਥ ਜੀ ਨੇ ਹੱਥ ਜੋੜ ਲਏ ਸੰਤੋਖਦਾਸ ਜੀ ਇਹ ਤੇ ਰੱਬੀ ਰੂਹ ਹੈ ਇਹਨੂੰ ਮੈਂ ਨਹੀਂ ਪੜ੍ਹਾ ਸਕਦਾ मैं नहीं इहनूं पढ़ा सकता पंडित जी जो सारे बच्चे पढ़ते ने सारे बच्चों ने पढ़ना कीता है तुसी मेरे पुत्र नूं पढ़ाओ साध संगत जी नहीं पढ़े फिर पिता संतोख दास ने सोचा भी बाणी पढ़ नहीं दिंदे बाणी सुन नहीं दिंदे भी मेरे पुत्र नूं कोई नुकसान ना होवे अपने नाल अपने किते दे उत्ते लाया अपने बुजुर्गों की काम नूं पिता पुरखी काम नूं सतगुरु रविदास महाराज ने बड़ी छेती सीखना कीता गुरमुखों काम सीख के संतोख दास ने कहा रविदास पढ़िया तू है नहीं तू दुकान ते बैठिया कर जुत्तियां बना के बेचनियां वो जुत्तियां साध संगत जी बेचते ने जे किसी ने आके कहना ना जे किसी ने आके कहना रविदास मेरे को पैसा कोई नहीं मेरे को माया कोई नहीं मेरे को जोड़ा भी नहीं है साध संगत जी इन्ना सुशील सुभाव सी उन्हां दा वो पैसे भी नहीं सी लैंदे जोड़ा भी दे देना ते माया भी ना लैनी पैसे भी दे देने माया भी ना लैनी गुरमुखो पिता संतोख दास ने घूरना कहते रविदास कोई तू खाएगा की ते कमाएगा की कोई दुकान उजाड़ दी हर एक नूं जुत्तियां बनन लग पिया जे इदां ही जुत्तियां बनदे रहे ते खावांगे की कमावांगे की पर साध संगत जी साधु दी अपनी कमाई हुंदी है उन्हें अपने नजरिए नाल सोचना हुंदा है अज किसी नूं पुछांगे कई बारी किसी ने आके कहना ना सीधा ही बोलते सी चवारे कहते सी कि पंडित जगते नहीं सी हुंदे पर इन्ने सुचजे ढंगदे सी सतगुरु रविदास महाराज जी गुस्सा नहीं सी करदे वो हस के टाल दिंदे सी ਜਿਹੜੇ ਰੱਬ ਦੇ ਪਿਆਰੇ ਸਾਧ ਸੰਗਤ ਜੀ ਹੁੰਦੇ ਨੇ ਚੀਜ਼ਾਂ ਤੋਂ ਉਹ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ ਬੰਧਨਾਂ ਵਿੱਚ ਗ੍ਰਸਤ ਨਹੀਂ ਰਹਿੰਦੇ ਰੱਬ ਦੇ ਪਿਆਰੇ ਉਹ ਦੁਨੀਆ ਦਾ ਕਹਿਣਾ ਸਤਿਗੁਰ ਜੋੜੇ ਗੜਦੇ ਪਰ ਸਾਧ ਸੰਗਤ ਜੀ ਜਿਹੜਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਕੋਲ ਆ ਕੇ ਬਹਿ ਜਾਂਦਾ ਸੀ ਨਾ ਕਿਹੜਾ ਮੰਤਰ ਮੁਕਤ ਹੋ ਜਾਂਦਾ ਸੀ ਟੁੱਟੇ ਨੂੰ ਵੀ ਰੱਬ ਨਾਲ ਜੋੜ ਦਿੰਦੇ ਸੀ ਐਸੀਆਂ ਪ੍ਰੇਮ ਦੀਆਂ ਡੋਰਾਂ ਉਹ ਦੁਨੀਆ ਦਾ ਕਹਿਣਾ ਰਵਿਦਾਸ ਦੇ ਜੋੜੇ ਹੀ ਗੜਦਾ ਪੰਡਤ ਕਹਿੰਦੇ ਸੀ ਵੀ ਇਹ ਤੇ ਜੋੜੇ ਹੀ ਗੜਦਾ ਪਰ ਜੋੜੇ ਨਹੀਂ ਸੀ ਗੜਦਾ ਓਏ ਉਹ ਟੁੱਟਿਆ ਦਿਲਾਂ ਨੂੰ Oh,
पर सतगुर ने हस के टाल देना, गुस्सा नहीं सी करते। कोई भावें नीवीं जात दे चमार साध संगत जी दसदे सी पर गुस्सा नहीं सी करते। आओ आपां थोड़ा समा इतिहास नाल जुड़ जाइए। साध संगत जी रियासत उदयपुर दे विच, रियासत उदयपुर दे विच महाराणा संगा दी नो हुई है मीरा बाई। बड़ा सुनिया होना आप जी ने उन्होंने दे बारे, सारा इतिहास आप जानते ही हैं, पर माने काकर करके थोड़ा समापा कोशिश करिए सुनने की, सुरत जोड़ के रखियो, हो सकता है नाले भला हो जाए किसी का। गुरमुखो जेडी मीरा बाई सी, मीरा बाई कृष्ण जी की भगत सी। कृष्ण जी मूर्ति दे ना अगे बह जाना, चौंकड़ा मार के अगे बह जाती सी, नेत्र बंद करके कृष्ण की मूर्त का ध्यान टिका के अपने हिरदे विच जपदी सी। पर जपना गल चंगी है, पर जे जपन का फायदा तां जे आपां नूं इह चीज की जुगती पता होना चाहिए। बिना जुगती तो मुक्ति नहीं होंदी, बिना किसी तो पुछण तो भी किद्दां बहना, कित्थे सुरत टिकाउणी है, किद्दां आपां ने जपना है, की सिस्टम है गल दा, मैडिटेशन किद्दां करना है, उन्ना चिर बैठण दा कोई फायदा नहीं, रब रब करन दा कोई फायदा नहीं, क्योंकि हर एक चीज की विधि होंदी है। कल मैं जनानी भी बेनती कीती सी भी समझ लो कोई टीचर सानू ना तैरन दे संबंध विच जुगतियां दसदा है, पढ़ाउंदा है सानू टीचर। ਉਹ ਸਾਨੂੰ ਟੀਚਰ ਕਹਿੰਦਾ ਵੀ ਜੇ ਪਾਣੀ 'ਚ ਵੜਨਾ ਹੱਥ ਏਦਾਂ ਮਾਰਨੇ ਨੇ, ਪੈਰ ਏਦਾਂ ਮਾਰਨੇ ਨੇ, ਏਦਾਂ ਤੈਰਨਾ। ਮੰਨ ਲਓ ਵੀ ਉਹਦੀ ਸਾਰੀ ਜ਼ਿੰਦਗੀ ਸਾਨੂੰ ਤੈਰਨ ਦੇ ਸੰਬੰਧ ਵਿੱਚ ਜੁਗਤੀਆਂ ਦੱਸਦੇ ਦੀ ਲੰਘ ਗਈ। ਓਏ ਮੈਂ ਕਹਿੰਦਾ ਵੀ ਉਹਨੂੰ ਭੁੱਲ ਕੇ ਵੀ ਪਾਣੀ 'ਚ ਧੱਕਾ ਨਾ ਦੇ ਦਿਓ, ਡੁੱਬ ਜਾਏਗਾ, ਡੁੱਬ ਜਾਏਗਾ। ਕਿਉਂ? क्योंकि तैरना आ ही नहीं सकता पढ़ के, तैरना आ ही नहीं सकता सुन के, तैरना आ ही नहीं सकता पूछ के। जे तैरना सीखना है, जे तू तैरना चाहना तेन खुद पानी में वड़ के प्रैक्टिकल करना पैना, ता तैरना आना, नहीं तैर नहीं सकता बंदा। गुरमुखो पढ़े पढ़ाए ने तैर नहीं सकता। जे तू इस भवसागर दे विच चुभा लाउणा है ना, जिथे समुंदर वजदे ने, जिथे सत्संग जी अनहद नाद वजदा साडे शरीर दे अंदर, ये चोरां अंदर भी है, ठग्गां अंदर भी वजदा, साधु संतां महात्मा अंदर भी वजदा। चौंकड़ा मार के सुनो, बाबा फरीद जी कहते 24 घंटे अंदर जोत जगदी है, मैं रोज 2 बार उस जोत के दर्शन करदा है। साडे शरीर के अंदर जोत जगदी है, साडे शरीर अंदर अनहद नाद वजदा है, साडे शरीर के अंदर बहुत बड़ा बाजार है जिहदे विचों हरि दे नाम दा सौदा मिलदा। कदे बह के पुछिए तो सही किसी सियाणे कोल बह के, आपां पुछिए सही किसी ने भी असीं करन की आए होए, इत्थे खेड की करन वास्ते आए हैं। आपां जे 65-70 साल की उम्र होगी, 30 साल की, 60 साल की उम्र हो गई, 60 साल गए साडी जिंदगी दे लंघ गए, आपां वेखीए भी उह 60 सालां दे विच मैं अपने जीवन वास्ते की कीता है। सानू पता है इथों आनंदपुर साहब कितनी दूर है, सानू पता है भी इथों खुरालगढ़ कितनी दूर है, उस हिसाब नाल असीं अपने जेब च पैसे पा के ले जाएंगे। पता है भी गड्डी वाले ने सानू गड्डी चों उतार देना है, पता है सानू बस वाले ने सानू बस चों उतार देना है, मोटरसाइकिल जावांगे तेल पवाउणा पैना है। साध संगत जी इस किलोमीटर के हिसाब नाल ते बोझे च पा के पैसे ले जाएंगे, पर बंदिया एक दिन तू इहो जी जगह ते जाना जिहदे किलोमीटर मिले नहीं जाने। ओहदे लई उत्थे माया कम नहीं आउणी, उत्थे पैसा कम नहीं आउणा। जदों कहंदे ओ सिकंदर गया ना दुनिया तो, चुप दा दान बख्शो भैणो, चुप दा दान बख्शो। जदों कहंदे सिकंदर गया ना दुनिया तो, सिकंदर ओनू एकदम हार्ट अटैक आया। उन्हें ना जदों सदे हकीम सदे, हकीम ने उहदे एक इंजैक्शन लाया, उहदे टीका ला दिता, इंजैक्शन ला के ना उन्हें सिकंदर दी इदा नब्ज फड़ ली। नब्ज फड़ के ना उन्हें वेख्या भी मैं वेखना चाहना भी ये दिल का जिहड़ा अटैक होया उहदे विच जिहड़ी जहर है वो काम करदी है जां मेरा इंजैक्शन काम करदा है। उन्हें नब्ज फड़ के रखी, उहदा शरीर ना सुन्न होना शुरू हो गया सिकंदर बादशाह का। जदों शरीर सुन्न होया, डॉक्टर कहना सिकंदर जी तुहाडी जिंदगी दी कुछ घड़ियां बाकी ने, तुसीं हुण बच नहीं सकते, जाना दुनिया चों। जे तुसीं मिलना चाहुंदे अपने परिवार नूं मिल सकदे हो, कोई गल हो कहंदा नहीं मिलना नहीं।
ਸਾਧ ਸੰਗਤ ਜੀ 90 ਲੱਖ ਫਤਿਹ ਜਮਾ ਕੀਤਾ ਸੀ ਸਿਕੰਦਰ ਨੇ ਥੋੜੀ ਉਮਰ ਦੇ ਵਿੱਚ ਇੰਨਾ ਪੈਸਾ ਇੰਨੀ ਦੁਨੀਆ ਨੂੰ ਜਿੱਤ ਜਾਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਉਹਨੇ ਇਹ ਨਹੀਂ ਸੋਚਿਆ ਮੈਂ ਪਰਿਵਾਰ ਨੂੰ ਮਿਲਣਾ ਹੈ, ਕਹਿੰਦਾ ਮੇਰੇ ਮਨੀਬ ਨੂੰ ਸੱਦੋ। ਮਨੀਬ ਆਇਆ, ਉਹਨੇ ਮਨੀਬ ਨੂੰ ਇੱਕ ਗੱਲ ਕਹੀ, ਕਹਿੰਦਾ ਜਦੋਂ ਮੈਂ ਦੁਨੀਆ ਤੋਂ ਜਾਵਾਂ, ਜਦੋਂ ਮੈਂ ਜਾਣਾ ਸਰੀਰ ਛੱਡ ਜਾਣਾ, ਹੁਣ ਮੈਂ ਜਦੋਂ ਮੈਂ ਜਾਣਾ ਕੱਫਣ ਤੋਂ ਬਾਹਰ ਮੇਰੇ ਦੋਏ ਹੱਥ ਏਦਾਂ ਹੋਣੇ ਚਾਹੀਦੇ ਨੇ। ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਮੈਂ ਖਾਲੀ ਜਾ ਰਿਹਾ ਇਸ ਦੁਨੀਆ ਤੋਂ ਕੁਝ ਵੀ ਨਹੀਂ ਲੈ ਕੇ ਗਿਆ। ਦੂਸਰੀ ਗੱਲ ਇਹ ਹੈ ਹੱਥ ਮੇਰੇ ਖਾਲੀ ਹੋਣੇ ਚਾਹੀਦੇ ਨੇ, ਅਰਥੀ ਤੋਂ ਬਾਹਰ ਹੋਣੇ ਚਾਹੀਦੇ ਨੇ, ਲਮਕਦੇ ਹੋਣੇ ਚਾਹੀਦੇ ਨੇ। ਦੂਜੀ ਗੱਲ ਇਹ ਹੈ ਮੇਰਾ ਸਾਰੇ ਸੰਸਾਰ ਦੇ ਸਾਰੇ ਸ਼ਹਿਰ ਦੇ ਵਿੱਚੋਂ ਗੇੜਾ ਕਢਾ ਕੇ ਮੈਨੂੰ ਫਿਰ ਸੰਸਾਰ ਘਾਟ ਲੈ ਕੇ ਜਾਣਾ। ਇਹਦਾ ਅਰਥ ਇਹ ਹੈ ਇੰਨੇ ਮਾਇਆ ਹੋਣ ਦੇ ਬਾਵਜੂਦ ਵੀ ਉਹ ਮੈਂ ਖਾਲੀ ਜਾ ਰਿਹਾ। ਦੁਨੀਆ ਦੇ ਲੋਕੋ, ਜਿਹੜਾ ਧਨ ਤੁਹਾਡੇ ਨਾਲ ਜਾਣਾ ਉਹਨੂੰ ਇਕੱਠਾ ਕਰਕੇ ਜਮ੍ਹਾਂ ਕਰੋ, ਨਾਮ ਦੀ ਕਮਾਈ ਜਮ੍ਹਾਂ ਕਰੋ। ਠੀਕ ਹੈ ਧੀਆਂ ਪੁੱਤਰ ਪਾਲਣੇ ਜ਼ਰੂਰੀ ਨੇ, ਪਰ ਸਤਿਗੁਰ ਕਹਿੰਦੇ ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ, ਉਹਾ ਨਾਮ ਤੇਰਾ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਉੱਥੇ ਤੇਰੇ ਗੁਰੂ ਨੇ ਸਹਾਇਤਾ ਕਰਨੀ ਹੈ, ਉੱਥੇ ਸ਼ਬਦ ਨੇ ਤੇਰੇ ਅੱਗੇ ਖਲੋਣਾ ਹੈ, ਸ਼ਬਦ ਨੇ ਤੇਰਾ ਹਿਸਾਬ ਕਿਤਾਬ ਦੇਣਾ ਹੈ। ਨਹੀਂ ਜਮਾਂ ਵਾਲੀ ਮਾਰ ਚੱਲੀ ਨਹੀਂ ਜਾਣੀ। ਗੁਰਮੁਖੋ, ਜਿਹੜੇ ਗੁਰਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਚਲੇ ਜਾਣਗੇ ਉਹਨਾਂ ਦਾ ਹਿਸਾਬ ਕਿਤਾਬ ਗੁਰੂ ਸਾਹਿਬ ਆਪ ਦੇਣਗੇ। ਜਿਹੜੇ ਮੇਰੇ ਵਰਗੇ ਪਾਪਾਂ ਦੀਆਂ ਪੰਡਾਂ ਬੰਨ੍ਹ ਕੇ ਲੈ ਕੇ ਜਾਣਾ, ਉਹਨਾਂ ਨੇ ਜਮਾਂ ਦੇ ਹੱਥੋਂ ਖਰਾਬ ਹੋਣਾ। ਕਈ ਲੋਕ ਕਹਿੰਦੇ ਉੱਥੇ ਤੇ ਜੀ ਹੈ ਹੀ ਕੁਝ ਨਹੀਂ, ਨਰਕ ਸਵਰਗ ਦੇ ਉਰੀਏ ਬਾਣੀ ਪੜੋ। ਜੇ ਨਹੀਂ ਕੁਛ ਆਉਂਦਾ ਘਰ ਦੇ ਵਿੱਚ ਸਹਿਜ ਪਾਠ ਰੱਖ ਲਓ 2-3 ਅੰਗ। ਜੇ ਨਹੀਂ ਬਹੁਤਾ ਹੁੰਦਾ, ਜ਼ਰੂਰੀ ਨਹੀਂ ਹੁੰਦਾ ਵੀ ਆਪਾਂ 7 ਦਿਨਾਂ 'ਚ ਭੋਗ ਪਾਉਣਾ, ਮਹੀਨੇ 'ਚ ਪਾਉਣਾ, ਸਾਲ 'ਚ ਪਾ ਦਿਓ, 2 ਸਾਲ 'ਚ ਭੋਗ ਪਾ ਦਿਓ। ਪੜੋ ਭਾਵੇਂ 2 ਅੰਗ ਪੜੋ, ਪੜ੍ਹ ਕੇ ਉਹਨੂੰ ਵਿਚਾਰੋ। ਸਾਡੇ ਸਤਿਗੁਰ ਸਾਨੂੰ ਕਹਿੰਦੇ ਕੀ ਨੇ, ਬਾਣੀ ਪੜ੍ਹਨ ਦੇ ਨਾਲ ਸਾਡੀ ਮੁਕਤੀ ਨਹੀਂ ਹੋਣੀ, ਉਹਨੂੰ ਸਮਝੋ, ਆਪਣੇ ਜੀਵਨ ਤੇ ਢਾਲੋ। ਸਤਿਗੁਰ ਸਾਨੂੰ ਕਹਿੰਦੇ ਕੀ ਨੇ, ਉਹ ਸ਼ਬਦ ਨਾਲ ਜੁੜੋ। ਜਿਹੜੇ ਸ਼ਬਦ ਦੀ ਵਾਰ-ਵਾਰ ਇੱਕ ਕਤਰਾ ਤੁਕ ਮਹਿਮਾ ਕਰਦੀ ਹੈ, ਉਸ ਨਾਮ ਨਾਲ ਜੁੜੀਏ, ਉਹ ਸ਼ਬਦ ਨਾਲ ਜੁੜੀਏ। ਜੇ ਰਮਾਲਾ ਜਾ ਕੇ ਦਰਸ਼ਨ ਕਰਕੇ ਏਦਾਂ ਪਾਤਾ ਏਦਾਂ ਮੁਕਤੀ ਨਹੀਂ ਹੋਣੀ ਭਾਈ। ਇੱਥੇ ਇਹ ਨਾ ਸਮਝੋ ਕਿ ਮੈਂ ਏਦਾਂ 84 ਲੱਖ ਇਹ ਤਾਂ ਮਿੱਟੀ ਦਾ ਸਰੀਰ ਹੈ। ਕਿਸੇ ਦਾ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਣਾ, ਕਿਸੇ ਦਾ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਣਾ। ਉਦੋਂ ਬਾਅਦ ਖਤਮ ਹੈ ਕਹਾਣੀ। ਇਹ ਤੇ ਸਾਡੇ ਸਰੀਰ ਦੇ ਵਿੱਚੋਂ ਇੱਕ ਗਿੱਠ 4 ਉਂਗਲ ਸਾਹ ਬਾਹਰ ਆਉਂਦਾ ਸਾਡੀ ਦੇਹੀ ਚੋਂ, ਉਹ ਆ ਗਿਆ ਬੰਦਾ, ਨਹੀਂ ਤੇ ਮਿੱਟੀ ਦੀ ਢੇਰੀ ਹੈ। ਹਮ ਆਦਮੀ ਹਾਂ ਇੱਕਦਮ ਦੇ ਆਦਮੀ ਹਾਂ ਅਸੀਂ। ਸਾਨੂੰ ਸਾਹ ਆ ਗਿਆ ਠੀਕ ਹੈ, ਨਹੀਂ ਤੇ ਚੱਕ ਲੋ ਹੋ ਜਾਂਦੀ ਹੈ। ਉਹੀ ਸੱਚੇ ਭਰਾ ਜਿਹੜੇ ਨਾਲ ਖੇਡੇ ਹੁੰਦੇ ਨੇ, ਜਿਹੜੇ ਨਾਲ ਪੜ੍ਹੇ ਹੁੰਦੇ ਨੇ, ਜਿਨ੍ਹਾਂ ਨੇ ਇਕੱਠਿਆਂ ਨੇ ਬਚਪਨ ਇੱਕ ਮਾਂ ਦੇ ਪੇਟੋਂ ਜਿਨ੍ਹਾਂ ਨੇ ਜਨਮ ਲਿਆ ਹੈ, ਉਹੀ ਕਹਿਣਗੇ ਚੱਕੋ ਜਲਦੀ ਕੱਢੋ ਬਾਹਰ, ਚਲੋ ਬੇੜਾ ਟਾਈਮ ਹੋ ਗਿਆ, ਚਲੋ ਜੀ ਚੱਕੋ ਅਰਥੀ। ਉਹਨਾਂ ਨੇ ਕਹਿਣਾ ਹੈ। ਇਸੇ ਕਰਕੇ ਜਿਹੜੇ ਸਤਿਗੁਰ ਨੇ ਸਾਡੇ ਸਦਾ ਨਾਲ ਰਹਿਣਾ, ਜਿਹਨੇ ਸਦਾ ਸਾਡੇ ਸੰਗ ਰਹਿਣਾ, ਜਿਹੜਾ ਸਵਾਸ ਸਾਡੇ ਨਾਲ ਹੈ, ਜਿਹੜਾ ਇੱਕ ਛਿਨ ਵੀ ਸਤ ਤੋਂ ਪਰੇ ਨਹੀਂ ਹੁੰਦਾ। ਗੁਰਮੁਖੋ, ਸਮਾਂ ਆਉਣ ਤੇ ਪਰਛਾਵਾਂ ਵੀ ਸਾਡਾ ਸਾਥ ਛੱਡ ਜਾਂਦਾ। ਦੁਨੀਆ ਨੇ ਕੀ ਨਾਲ ਖਲੋਣਾ ਹੈ, ਜਦੋਂ ਸਮਾਂ ਆ ਜਾਂਦਾ ਨਾ ਪਰਛਾਵਾਂ ਵੀ ਨਾਲ ਨਹੀਂ ਖਲੋਂਦਾ। ਇਸ ਕਰਕੇ ਭਾਈ ਜਿਹੜੇ ਸਾਬਤ ਸੂਤ ਜਿਹੜੇ ਘਟ ਮੈਂ ਹਰਜੂ ਬਸੈ ਸੰਤਨ ਕਹਿਓ, ਸਗਲ ਬਨਸਪਤ ਮਹਿ ਵੇ ਸੰਸਰ ਸਗਲ ਦੂਤ ਮੈਂ ਕੀਆ, ਊਚ ਨੀਚ ਮਹਿ ਜੋਤ ਸਮਾਣੀ ਘਟ ਮਾਧੋ। ਰੱਬ ਤੇਰੇ ਸਰੀਰ ਦੇ ਅੰਦਰ ਜਿੰਨੀ ਲੱਕੜ ਹੈ, ਕਹਿੰਦੇ ਜੱਗ ਹੈ ਪਰ ਤੈਨੂੰ ਨਜ਼ਰ ਨਹੀਂ ਆਉਂਦੀ। ਜਿੰਨਾ ਸੰਸਾਰ 'ਚ ਦੁੱਧ ਹੈ, ਉਹ ਦੁੱਧ ਵਿੱਚ ਸਾਧ ਸੰਗਤ ਜੀ ਮੱਖਣ ਹੈ, ਪਰ ਤੈਨੂੰ ਨਜ਼ਰ ਨਹੀਂ ਆਉਂਦਾ। ਰੱਬ ਦੇ ਤੇਰੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ, ਰੱਬ ਦੇ ਤੇਰੇ ਤੋਂ ਦੂਰ ਨਹੀਂ ਪਰ ਤੇਰਾ ਵੀ, ਰੱਬ ਦੇ ਤੋਂ ਦੂਰ ਨਹੀਂ ਤੇਰਾ ਕਸੂਰ ਨਹੀਂ, ਪਰ ਬਹਿ ਚੌਂਕੜਾ ਮਾਰ ਕੇ ਮਨ ਲੱਗੇ ਨਾ ਲੱਗੇ, ਤੇਰਾ ਧਿਆਨ ਲੱਗੇ ਨਾ ਲੱਗੇ, ਸੁਰਤ ਜੁੜੇ ਨਾ ਲੱਗੇ, ਉਹਦੀ ਡਿਊਟੀ ਹੈ। ਬੈਠਣ ਦਾ ਯਤਨ ਕਰੇ, ਬੈਠੋ ਚੌਂਕੜਾ ਮਾਰ ਕੇ ਬਹਿ ਕੇ ਜਪੋ। ਕਬੀਰ ਕੇਸੋ ਕੂਕੀਏ ਨਾ ਸੋਈਏ, ਆਸਾਰ ਰਾਤ ਦਿਨ ਕੇ ਕੂਕਨੇ ਕਬਹੂ ਕੇ ਸੁਣੈ। ਕਦੇ ਨਾ ਕਦੇ ਤੇ ਪੁਕਾਰ ਸਾਡੀ ਸੁਣੀ ਜਾਣੀ ਹੈ, ਕਦੇ ਨਾ ਕਦੇ ਤੇ ਖੈਰ ਝੋਲੀ ਪਏਗੀ। ਬਾਹਰ ਸੌਂਦੀਏ ਭਾਂਡਾ ਧਰ ਦੋ, ਇੱਕ ਨਹੀਂ ਦੂਜੀ ਨਹੀਂ ਤੀਜੀ ਨਹੀਂ, ਉਹ ਕੋਈ ਤੇ ਕਣੀ ਗਿਰੂਗੀ ਵਿੱਚ, ਕਿਸੇ ਕਣੀ ਦੇ ਤੇ ਗਿਰਨਾ ਹੈ, ਕਿਸੇ ਕਣੀ ਨੇ ਤੇ ਭਾਂਡੇ 'ਚ ਪੈਣਾ ਹੈ। ਇਸ ਕਰਕੇ ਸੇਵਾ ਕਰਕੇ ਆਪਣਾ ਭਾਂਡਾ ਸਾਫ਼ ਕਰੋ, ਉਹਦੇ ਵਿੱਚ ਨਾਮ ਦੀ ਕਮਾਈ ਜਮ੍ਹਾਂ ਕਰੋ। ਜਿਹੜੇ ਆਪਾਂ ਨਾਂ ਆਪ ਅੱਖੇ ਦੇ ਕੇ ਤੇ ਨਾਂ ਲਿਖਾ ਦੇ, ਫਲਾਣਾ ਸਰਦਾਰ ਪਾਲਕੀ ਦਿੱਤੀ ਹੈ, ਫਲਾਣੇ ਸਰਦਾਰ ਨੇ ਦਿੱਤੀ ਹੈ, ਇਹ ਤੇ ਜਮਾਂ ਨੇ ਜਾਂਦਿਆਂ ਦੀ ਲੁੱਟਣਾ ਨਹੀਂ ਹੈ। ਕਰਮ ਧਰਮ ਪਖੰਡ ਜੋ ਦਿਸੈ ਤੇ ਜਮਜਾ ਕਰਦੀ ਲੁੱਟਦਾ ਹੈ, ਇਹ ਤੇ ਜਮਾਂ ਨੇ ਜਾਂਦੇ ਨੇ ਰਾਹ 'ਚ ਲੁੱਟ ਲੈਣੀਆਂ। ਜੇ ਕਿਸੇ ਨੇ ਐਮਏ ਕੀਤੀ ਹੈ, ਬੀਏ ਕੀਤੇ ਨੇ, ਪੁਲਿਸ ਵਾਲੇ ਨਹੀਂ ਖੋ ਸਕਦੇ। ਕਿਸੇ ਦੇ ਮਨ ਦਾ ਵਿਸ਼ਾ ਕੋਈ ਥੋੜਾ ਖੋ ਸਕਦਾ। ਜੇ ਤੂੰ ਬਹਿ ਕੇ ਚੌਂਕੜਾ ਮਾਰ ਕੇ ਸੇਵਾ ਕਰਕੇ ਸਵਰਨ ਕੀਤਾ ਹੋਊਗਾ, ਜਮਾਂ ਦੀ ਕੀ ਤਾਕਤ ਤੈਨੂੰ ਆ ਕੇ ਲੈ ਜਾਣਗੇ। ਤੈਨੂੰ ਪਰਮੇਸ਼ਰ ਆਪ ਲੈਣ ਵਾਸਤੇ ਆਉਣਗੇ। ਭਾਈ ਆਪੋ ਸਤਨਾਮ। ਸ੍ਰੀ ਵਾਹਿਗੁਰੂ।
ਇਸੇ ਕਰਕੇ ਜਮਾ ਵਾਲੀ ਮਾਰ ਝੱਲੀ ਨਹੀਂ ਜਾਣੀ, ਗੁਰਾਂ ਨੇ ਛਡਾਉਣਾ। ਸਾਧ ਸੰਗਤ ਜੀ ਦਿਨ ਰਾਤ ਕੂਕਦਾ ਹੈ, ਕਦੇ ਨਾ ਕਦੇ ਝੋਲੀ ਖੈਰ ਪੈਣੀ ਹੈ। ਉਹ ਤੂੰ ਤਾਂ ਕੂਕਦਾ ਰਹੀ ਓਏ ਮਨਾ ਮੇਰਾ, ਕਦੇ ਤਾਂ ਪੁਕਾਰ ਸੁਣੂਗਾ, ਕੂਕਦਾ ਰਹੀ ਮਨਾ ਮੇਰਾ, ਕਦੇ ਤਾਂ ਪੁਕਾਰ ਸੁਣੂਗਾ, ਕੂਕਦਾ ਰਹੀ ਓਏ ਮਨਾ ਮੇਰਾ, ਕਦੇ ਤਾਂ ਪੁਕਾਰ ਸੁਣੂਗਾ, ਕੂਕਦਾ ਰਹੀ ਓਏ ਮਨਾ ਮੇਰਾ, ਕਦੇ ਤਾਂ ਪੁਕਾਰ ਸੁਣੂਗਾ, ਕੂਕਦਾ ਰਹੀ ਓਏ ਮਨਾ ਮੇਰਾ, ਕਦੇ ਤਾਂ ਪੁਕਾਰ ਸੁਣੂਗਾ, ਕੂਕਦਾ ਰਹੀ ਓਏ ਮਨਾ ਮੇਰਾ, ਕਦੇ ਤਾਂ ਪੁਕਾਰ ਸੁਣੂਗਾ। ਵੀਰ ਦੇ ਸੋ ਪੂਰੀਆ ਨਾ ਸੋਇਆ, ਰਾਤ ਦਿਵਸ ਕੇ ਪੂਜਨੇ ਦਿਨ ਰਾਤ ਕੂਕਦਾ ਰਹਿ, ਕਦੇ ਨਾ ਕਦੇ ਤੇਰੇ ਅੰਦਰੋਂ ਸੁਨੇਹਾ ਤੈਨੂੰ ਆ ਜਾਣਾ ਹੈ, ਕਦੇ ਨਾ ਕਦੇ ਆ ਜਾਣਾ ਸੁਨੇਹਾ ਤੇਰੇ। ਗੁਰਮੁਖੋ ਇਸੇ ਕਰਕੇ ਕ੍ਰਿਸ਼ਨ ਦੀ ਮੂਰਤ ਦੇ ਅੱਗੇ ਬਹਿ ਕੇ ਨੇਤਰ ਬੰਦ ਕਰਕੇ ਮੀਰਾ ਨਾ ਜਪਦੀ ਰਹਿੰਦੀ ਹੈ, ਪਰ ਦਰਸ਼ਨ ਅੰਦਰੋਂ ਨਹੀਂ ਹੋਏ, ਦਰਸ਼ਨ ਨਹੀਂ ਹੋਏ। 7-8 ਸਾਲ ਹੋ ਗਏ ਮੀਰਾ ਦੇ ਵਿਆਹ ਨੂੰ, 7-8 ਸਾਲਾਂ ਬਾਅਦ ਇਹਦੇ ਘਰ ਵਾਲਾ ਗਿਰਧਾਰ ਚੜਾਈ ਕਰਕੇ ਭਰ ਜਵਾਨੀ ਹੈ। ਵੇਖੋ ਬੜਾ ਔਖਾ ਹੋ ਜਾਂਦਾ ਹੈ ਜਦੋਂ ਇਦਾਂ ਦਾ ਕੋਈ ਸਿਸਟਮ ਬਣ ਜੇ। ਪਰ ਜਵਾਨੀ ਦੇ ਵਿੱਚ ਤੁਰ ਗਿਆ, ਉਹਦੇ ਘਰ ਵਾਲੇ ਦੇ ਜਾਣ ਤੋਂ ਪਿੱਛੋਂ ਜੇ ਕੋਈ ਬੱਚਾ ਬੱਚੀ ਪੈਦਾ ਨਹੀਂ ਹੋਏ, ਔਲਾਦ ਨਹੀਂ ਕੋਈ ਹੋਈ, ਉਹਦੇ ਜਾਣ ਤੋਂ ਪਿੱਛੋਂ ਮਨ ਹੋਰ ਵਿਰਹਾ ਆਖੀਏ ਵਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਵਿਰ ਹੋਣਾ ਉਪਜੈ ਸੋ ਤਨ ਜਾਣ ਮਸਾਣ। ਕਹਿੰਦੇ ਨੇ ਮਰੇ ਹੋਏ ਪਸ਼ੂ ਨੂੰ, ਕਹਿੰਦੇ ਜਿਹੜੇ ਨਾਮ ਨੇ ਜਪਦੇ ਉਹ ਤੇ ਮਰੇ ਹੋਏ ਪਸ਼ੂਆਂ ਬਰਾਬਰ ਨੇ ਭਾਈ। ਸਤਿਗੁਰੂ ਤੇ ਇੱਥੇ ਤੱਕ ਲਾਣ ਤਾਂ ਪਾਉਂਦੇ ਨੇ, ਉਹ ਤੇ ਮਰੇ ਹੋਏ ਪਸ਼ੂਆਂ ਬਰਾਬਰ ਨੇ ਜਿਹੜੇ ਨਾਮ ਨਹੀਂ ਜਪਦੇ। ਇਹਦਾ ਮਨ ਹੋਰ ਉਚਾਟ ਹੋ ਗਿਆ, ਦੁਨੀਆ ਦੁੱਖਾਂ ਦੀ ਖਾਨ ਨਜ਼ਰ ਆਉਣ ਲੱਗੀ। ਜਦੋਂ ਨਾਮ ਮਨ ਲੱਗਿਆ ਆਪਣੇ ਪੇਕੇ ਘਰ ਮਿਹੜ ਆ ਗਈ, ਮਿਹੜ ਪੇਕੇ ਸੀ ਵੀਰਾਂ ਦੇ। ਇਹਦੇ ਪਿਓ ਰਤਨ ਸਿੰਘ ਨੇ ਨਾ ਜਦੋਂ ਮੀਰਾ ਦਾ ਨਾਮ ਮਨ ਲੱਗੇ, ਕਦੇ ਕਿਤੇ ਬਹਿ ਜਾ ਕਰੇ, ਕਦੇ ਕਿਤੇ ਬਹਿ ਜਾ ਕਰੇ, ਉਹ ਸਾਰਾ ਦਿਨ ਏਦਾਂ ਹੀ ਸਾਧ ਸੰਗਤ ਦੀ ਸੁਰਤ ਜਨਮ ਮਰਨ ਤੋਂ ਡਰ ਲੱਗਦਾ ਵੀ ਮੈਂ ਇਸ 84 ਦੇ ਚੱਕਰ 'ਚ ਨਹੀਂ ਪੈਣਾ। 7.5 ਅਰਬ ਸਾਲ ਲੱਗਦੇ ਨੇ 84 ਦਾ ਗੇੜ ਕੱਟਣ ਵਾਸਤੇ, ਕੋਈ ਥੋੜਾ ਅਰਸਾ ਨਹੀਂ ਹੁੰਦਾ। ਇਹ ਮਨੁੱਖਾ ਸਰੀਰ ਹੈ, ਲਾਸਟ ਸਮਾਂ ਹੈ, ਲਾਸਟ ਪੌੜੀ ਹੈ ਭਾਈ, ਸਾਂਭ ਲਓ ਇਹਨੂੰ, ਬੇਅਰਥ ਨਾ ਜਾਵੇ, ਇਹਨੂੰ ਸਾਂਭ ਲਓ। ਇਹ ਸਰੀਰ ਦੁਆਰੇ ਨਹੀਂ ਮਿਲਦੀ, ਜ਼ਿੰਦਗੀ ਦੁਆਰੇ ਨਹੀਂ ਮਿਲਦੀ, ਮਨੁੱਖਾ ਸਰੀਰ ਦੁਆਰੇ ਨਹੀਂ ਮਿਲਦਾ। ਮੀਰਾ ਨੂੰ ਆਪਣੇ ਜਨਮ ਤੇ ਮਰਨ ਤੋਂ ਇੰਨਾ ਡਰ ਲੱਗਦਾ ਹੈ, ਉਹਦੇ ਪਿਓ ਨੇ ਰਤਨ ਸਿੰਘ ਨੇ ਕਈ ਗ੍ਰੰਥ ਲਿਆ ਕੇ ਦਿੱਤੇ ਵੀ ਇਹਨਾਂ ਨੂੰ ਪੜ੍ਹ ਕੇ ਇਹਦਾ ਮਨ ਹੋਰ ਹੋ ਜਾਏਗਾ, ਪਰ ਨਹੀਂ। ਸਾਧ ਸੰਗਤ ਜੀ ਆਪਣੇ ਪਿਤਾ ਨੂੰ ਕਹਿੰਦੀ, ਪਿਤਾ ਜੀ ਮੈਂ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਣਾ। ਤੀਰਥਾਂ ਦੇ ਲੋਕ ਦੁਨੀਆ ਤੀਰਥਾਂ ਦੇ ਨਹਾਉਣ ਵਾਸਤੇ ਜਾਂਦੀ ਹੈ, ਅਸੀਂ ਵੀ ਜਾਂਦੇ ਹਾਂ, ਆਪਾਂ ਵੀ ਤੀਰਥਾਂ ਤੇ ਜਾਈਦਾ, ਪਰ ਸਾਧ ਸੰਗਤ ਜੀ ਤੀਰਥਾਂ ਤੇ ਨਹਾਉਣਾ, ਤੀਰਥਾਂ ਤੇ ਜਾਣਾ ਮਾੜੀ ਗੱਲ ਨਹੀਂ, ਪਰ ਉੱਥੋਂ ਪੱਲੇ ਵੀ ਕੁਝ ਬੰਨ ਕੇ ਲੈ ਕੇ ਆਓ। ਉਹ ਤੀਰਥਾਂ ਤੇ ਜਾਣਾ, ਆਪਾਂ ਸਾਧ ਸੰਗਤ ਜੀ ਤੀਰਥ ਤੇ ਜਾਂਦੇ ਹਾਂ, ਉੱਥੇ ਜਾ ਕੇ ਇਸ਼ਨਾਨ ਕਰਕੇ ਕਹੋ ਵੀ ਅੱਜ ਤੋਂ ਛੱਡੀਆਂ ਚੋਰੀਆਂ, ਅੱਜ ਤੋਂ ਛੱਡੀ ਬਾਅਦ, ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ, ਅੱਜ ਤੋਂ ਬਾਅਦ ਤਮਾਕੂ ਨਹੀਂ ਖਾਣਾ, ਅੱਜ ਤੋਂ ਬਾਅਦ ਮੈਂ ਮਾਸ ਨਹੀਂ ਖਾਣਾ। ਉਹ ਤੀਰਥਾਂ ਤੇ ਜਾਣਾ ਮਾੜਾ ਨਹੀਂ, ਤੀਰਥਾਂ ਤੋਂ ਕੁਝ ਪੱਲੇ ਵੀ ਤੇ ਬੰਨ ਕੇ ਲੈ ਕੇ ਆਓ। ਨਹਾਵਣ ਚੱਲੇ ਤੀਰਥੀ ਮਨ ਫੋਟੇ ਤਨ, ਇੱਕ ਪਾਉ ਲੱਥੀ ਨਹਾਤੇ ਆ, 2 ਪਾਉ ਚੜੀਏ ਸੋ ਹੋਰ, ਇੱਕ ਪਾਪ ਲਾਉਣ ਲਈ ਆਉਣੇ ਆ ਤੇ ਦੂਜਾ ਚੜਾ ਕੇ ਆ ਜਾਂਦੇ ਆ। ਗੁਰਮੁਖੋ ਅੰਦਰੋਂ ਸਾਡੇ ਮੈਲ ਨਹੀਂ ਜਾਂਦੀ, ਅੰਦਰੋਂ ਸਾਡੇ ਪਾਪ ਨਹੀਂ ਜਾਂਦਾ। ਤੀਰਥ ਤੋਂ ਨਹਾ ਕੇ ਆ ਕੇ ਘਰ ਆ ਕੇ ਫਿਰ ਉਦਾਂ ਦੇ ਬਾਬਾ ਜੀ ਪੜ੍ਹਦੇ ਨਹੀਂ ਸੀ, ਉਹ ਤੇਰੇ ਅੰਦਰੋਂ ਮੈਲ ਨਾ ਜਾਵੇ, ਓਏ ਨਹਾਉਂਦਾ ਫਿਰੇ ਤੀਰਥਾਂ ਤੇ, ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਤੇ, ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਤੇ, ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਤੇ, ਅੰਦਰੋਂ ਮੈਲ
ਬੰਦੇ ਵੀ ਤੇ ਬੰਨ ਕੇ ਲੈ ਕੇ ਆਉਣਾ ਚਾਹੀਦਾ। ਸਾਧ ਸੰਗਤ ਜੀ ਅੱਜ ਵੀਰਾਂ ਚੱਲੀਏ ਨਾਲ ਕਰਮਾ ਬਾਈ ਹੈ, ਨਾਲ ਆਪਣੀਆਂ ਸਹੇਲੀਆਂ ਨੂੰ ਨਾਲ ਸਾਥੀਆਂ ਨੂੰ ਨਾਲ ਲੈ ਕੇ ਅੱਜ ਸਦਾ ਵਾਸਤੇ ਤੀਰਥ ਦੇ ਉੱਤੇ ਗਈ। ਜਾ ਕੇ ਸਾਧ ਸੰਗਤ ਜੀ ਕਾਂਸੀ ਦੇ ਵਿੱਚ ਪੁੱਛਿਆ ਸੰਗਤਾਂ ਨੂੰ ਵੀ ਇੱਥੇ ਕੋਈ ਦੱਸੋ, ਮੇਰਾ ਜੀ ਕਰਦਾ ਮੈਂ ਬਾਣੀ ਪੜਾਂ, ਮੇਰਾ ਜੀ ਕਰਦਾ ਮੈਂ ਬੰਧਨਾਂ ਤੋਂ ਮੁਕਤ ਹੋ ਜਾ। ਉਹ ਕਹਿੰਦੇ ਇੱਥੇ ਤੇ ਨਹੀਂ ਕੋਈ ਵਿਦਵਾਨ, ਪਰ ਕਾਂਸੀ ਦੇ ਵਿੱਚ ਨੇੜੇ ਨਾ ਰਹਿੰਦੇ ਨੇ ਪਰਮਾਨੰਦ ਜੀ, ਉੱਥੇ ਰਾਮਾਨੰਦ ਉਹ ਰਹਿੰਦੇ ਨੇ। ਰੰਗੀ ਰੂਹ ਹੈ, ਰੰਗੀ ਰੂਹ ਹੋਣ ਕਰਕੇ ਰੱਬ ਦੀ ਤਰ੍ਹਾਂ ਦੁਨੀਆ ਉਹਨਾਂ ਨੂੰ ਪੂਜਦੀ ਹੈ, ਪਰ ਜਾਤ ਪਾਤ ਦਾ ਵਿਤਕਰਾ ਬਹੁਤ ਕਰਦੇ ਨੇ। ਉਹ ਜਵਾਰਾਂ ਨੂੰ ਹਵੇ ਨਹੀਂ ਲੱਗਣ ਦਿੰਦੇ। ਮੀਰਾ ਕਹਿੰਦੀ ਜਿਹੜਾ ਖੁਦ ਹੀ ਜਾਤਾਂ ਪਾਤਾਂ 'ਚ ਬੰਨਿਆ ਫਿਰਦਾ, ਮੈਨੂੰ ਕੀ ਤਾਰੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ, ਮੈਨੂੰ ਨਹੀਂ ਤਾਰ ਸਕਦਾ। ਮਨ ਏਦਾਂ ਦਾ ਉਚਾਟ ਹੋ ਗਿਆ ਸੀ ਸਾਧ ਸੰਗਤ ਜੀ, ਜਦੋਂ ਏਦਾਂ ਦਾ ਵਿਰਾਗ ਮੀਰਾ ਦੇ ਮਨ ਨੂੰ ਲੱਗਿਆ, ਉਹ ਏਦਾਂ ਦੀ ਵਿਰਾਗਣ ਹੋ ਗਈ, ਤੇਰੇ ਨਾਮ ਦੀ ਵਿਰਾਗਣ ਹੋਈ, ਜੰਗਲਾਂ 'ਚ ਫਿਰਾਂ ਟੋੜਦੀ। ਸਾਧ ਸੰਗਤ ਜੀ ਐਸਾ ਮਨ ਨੂੰ ਵਿਰਾਗ ਲੱਗਿਆ, ਉਹ ਟੋਲਾ ਆ ਰਿਹਾ ਸੰਗਤਾਂ ਦਾ, ਉਹਨਾਂ ਤੋਂ ਪੁੱਛਿਆ ਕਹਿੰਦੇ ਕੋਈ ਦੱਸੋ ਕੋਈ ਰਾਹ ਪਾ ਦਿਓ, ਕੋਈ ਜਨ ਹਰਸੋਂ ਦੇ ਵਿੱਚ ਜੋਰ ਕੋਈ ਜੋੜਨ ਵਾਲਾ ਹੋਵੇ ਮਿਲੇ ਤੇ ਸਹੀ ਕੋਈ ਨਹੀਂ। ਗੁਰਮੁਖੋ ਉਹਨਾਂ ਨੇ ਦੱਸਿਆ ਉਹਨਾਂ ਨੂੰ, ਕਹਿੰਦੇ ਇੱਥੇ ਨੇੜੇ ਹੀ ਗੋਵਰਧਨਪੁਰ ਪਿੰਡ ਪੈਂਦਾ, ਉੱਥੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਦੇ ਕੋਲ ਚਲੇ ਜਾਓ। ਸਾਰਾ ਕੁਝ ਜੇ ਆਪਾਂ ਉਹਨਾਂ ਨੂੰ ਰੱਬ ਵੀ ਕਹਿ ਦਈਏ ਨਾ, ਕੋਈ ਅਰਥ ਨਹੀਂ ਗੁਰਮੁਖੋ। ਪਰ ਕਹਿੰਦੇ ਹਾਂ ਤੁਸੀਂ ਉੱਚੇ ਘਰਾਣੇ ਮੈਨੂੰ ਉੱਚੇ ਘਰਾਣੇ ਦੇ ਲੱਗਦੇ ਹੋ, ਪਰ ਉਹ ਤੇ ਨੀਵੀਂ ਜਾਤ ਦੇ ਚਮਾਰ ਨੇ ਉੱਥੇ। ਉਹ ਕਹਿੰਦੀ ਮੈਨੂੰ ਜਾਤਾਂ ਪਾਤਾਂ ਤੋਂ ਬੰਧਨ ਨਹੀਂ ਹੈ ਕੋਈ। ਮੀਰਾ ਭਗਤਣੀ ਸੀ, ਉਹ ਸ਼ੁਰੂ ਤੋਂ ਹੀ ਦੇਵੀ ਸੀ, ਉਹਦੇ ਵਰਗੀ ਬੀਬੀ ਬਣਨਾ ਕੋਈ ਮੁਸ਼ਕਲ ਹੈ, ਉਹਨਾਂ ਵਰਗੀਆਂ ਭੈਣਾਂ ਬਣਨਾ ਬੜਾ ਔਖਾ ਹੈ ਭਾਈ, ਇਦਾਂ ਦਾ ਜੀਵਨ ਹੋਣਾ। ਉਹ ਜਾਤਾਂ ਪਾਤਾਂ ਦੇ ਬੰਧਨ ਟੁੱਟ ਜਾਂਦੇ ਨੇ ਜਦੋਂ ਅੰਦਰੋਂ ਭਾਗ ਲੱਗ ਜਾਂਦਾ ਹੈ। ਸਤਿਗੁਰ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗਈ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਇਮਲੀ ਦੇ ਬੂਟੇ ਦੇ ਥੱਲੇ ਬਹਿ ਕੇ ਜੋੜੇ ਬਣਾ ਰਹੇ ਨੇ, ਜੋੜੇ ਬਣਾ ਰਹੇ ਨੇ। ਮੀਰਾ ਨੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਾਹਦੇ ਕੀਤੇ, ਨੀਂਦ ਹੀ ਉੱਡ ਗਈ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਦਗਦਗ ਕਰਦਾ ਚਿਹਰਾ, ਐਸਾ ਚਿਹਰਾ। ਸਾਧ ਸੰਗਤ ਜੀ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮੀਰਾ ਜਾ ਕੇ ਬੈਠੀ, ਐ ਮੇਰੇ ਪ੍ਰਾਣਨਾਥ ਕਿਰਪਾ ਕਰੋ, ਮੈਨੂੰ ਜਨਮ ਤੇ ਮਰਨ ਤੋਂ ਡਰ ਲੱਗਦਾ, ਮੇਰੇ ਬੰਧਨ ਕੱਟ ਦਿਓ। ਐਸੇ ਬਾਣੀ ਦੇ ਬਾਣ ਵਾਲੇ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਫਰਮਾਉਂਦੇ ਨੇ, ਇਹ ਨਹੀਂ ਕਿਹਾ ਵੀ ਤੁਸੀਂ ਵੀ ਮੈਂ ਕਿਰਪਾ ਕਰ ਦੇਣਾ ਮੇਰੇ ਨਾਲ ਜੁੜ ਜਾ ਮੈਂ ਬਾਬਾ, ਨਹੀਂ ਨਹੀਂ, ਇਹੀ ਉਸ ਪਰਮੇਸ਼ਰ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਉਹ ਸਗਲ ਪਵਨ ਕੇ ਨਾਇਕਾ ਮੈਨੂੰ ਇੱਕ ਸਿੰਦਾ ਰਸ ਦਿਖਾ ਜਾ। ਸਗਲ ਪਵਨ ਕੇ ਨਾਇਕਾ ਇੱਕ ਸਿੰਦਾ ਰਸ ਦਿਖਾ ਜਾ। ਸਗਲ ਪਵਨ ਕੇ ਨਾਇਕਾ ਇੱਕ ਸਿੰਦਾ ਰਸ ਦਿਖਾ ਜਾ। ਸਗਲ ਪਵਨ ਕੇ ਨਾਇਕਾ ਮੈਨੂੰ ਇੱਕ ਸਿੰਦਾ ਰਸ ਦਿਖਾ ਜਾ। ਸਗਲ ਪਵਨ ਕੇ ਨਾਇਕਾ
भरियो जैसे दादरा कस देश विदेश न बूझ, वैसे मेरा मन देखिया भी मोहिया किस आरा पार ना सूझ। ऐ मेरे प्राणनाथ मेरे परमेश्वर, जिवें खूह दे विच डड्डू कूप कहंदे ने खूह नूं, कहंदे खूह दे विच डड्डू हुंदा, डड्डू नूं इह नहीं पता भी ये खूह तो बाहर भी दुनिया वसदी है। कहना मेरी सोच इस तरह है, मैनू नहीं पता पर मैनू इन्ना पता मैं नीवी जात दा चमार हां, साच कहूं सुन लेहो सबै जिन प्रेम कियो ही परपार। मैनू इन्ना पता ऐ मेरे निरंकार मेरे परमेश्वर, मैं तेनों प्यार बहुत करदा सतनाम श्री वाहिगुरू जी। हैगा मैं नीवी जात दा चमार हां पर तेनों प्यार बड़ा करदा। ऐसियां तरंगां मेरे परमेश्वर ने बसाईयां। मीरा नूं पुछया कित्थों आए हो जी? मेड़ तो की करदे हो? कहंदे चंगा कर्म कीता ही कोई नहीं। मीरा कहदी किरपा करो मैनू जन्म मरण कट दिओ मेरा। गढ़ विच पल्लू पा के बेनती कीती, सतगुरु कहंदे मांजो संगतां दे जूठे भांडे मन मांजिया जाए। मारो झाड़ू, झाड़ू मारो मन मांजिया जाएगा। गुरमुखो मीरा ने एकाग्रता मन बना के, एक मन बना के सेवा की। ਉਹ ਸਾਧ ਸੰਗਤ ਜੀ ਸਾਡੇ ਕੋਲ ਤੇ ਉਹਨਾਂ ਦਾ ਜੀਵਨ ਸੁਣਨ ਵਾਸਤੇ ਵੀ ਟਾਈਮ ਨਹੀਂ, ਸਾਡੇ ਕੋਲ ਤੇ ਸਮਾਂ ਹੀ ਨਹੀਂ। ਅੱਜ ਕੱਲ ਆਪਾਂ ਬੜਿਆਂ ਨੂੰ ਸਮਝਾਈਦਾ ਵੀ ਉਹ ਤੋਂ ਸ਼ਰਾਬ ਛੱਡ ਦੇ, ਨਹੀਂ ਫਿਰ ਸਾਡੇ ਕੋਲ ਕੀ ਲੈਣ ਆਉਣਾ। ਉਹ ਕਹੇਗਾ ਬਾਬਾ ਜੀ ਮੈਂ ਤੁਹਾਡਾ ਹੀ ਖੜਾ ਛੱਡ ਦੇਗਾ ਪਰ ਮੈਂ ਸ਼ਰਾਬ ਨਹੀਂ ਛੱਡਾਂਗਾ। ਓਏ ਭਾਗ ਮਾੜੇ ਨੇ, ਉਹ ਕਰਨਾ ਪਾਪ ਕਰਨਾ। ਸਤਿਗੁਰ ਨੇ ਅੱਜ ਨਹੀਂ ਕਹਿਣਾ ਪਰ ਯਾਦ ਰੱਖੀ ਜਦੋਂ ਤੇਰਾ ਆ ਗਿਆ ਨਾ ਸਮਾਂ, ਅੰਨ ਕਾਇ ਰਤੜਿਆ ਵਾੜ ਦੁਹੇਲੀ ਰਾਮ, ਪਾਪ ਕਮਾਵਦੇ ਆ ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕਿਸੇ ਨੇ ਬੇਲੀ ਨਹੀਂ ਬਣਨਾ। ਓਏ ਅੱਜ ਤੇ ਸਾਧ ਸੰਗਤ ਜੀ ਮਾੜੇ ਕਰਮ ਕਰਦਾ, ਅੱਜ ਤੇ ਬੰਦਾ ਭੁੱਲ ਕੇ ਕਰਮ ਕਰਦਾ ਹੈ। ਯਾਦ ਰੱਖੀ ਉਹ ਸਤਿਗੁਰ ਕਹਿੰਦੇ ਜੇ ਤੂੰ ਮਾੜੇ ਕਰਮ ਕਰਦਾ ਰਿਹਾ ਪਸ਼ੂ ਤੈਨੂੰ ਵੀ ਬਣਨਾ ਪੈਣਾ। ਓਏ ਚਾਰ ਪਾਪ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਹੀਆ, ਉਠਤ ਬੈਠਤ ਠੇਕਾ ਪਰੇ ਤਬ ਕਤ ਮੂੰਡ ਲੁਕਈਏ। ਤੇਰੇ ਚਾਰ ਪੈਰ ਲੱਗ ਜਾਣੇ ਨੇ, ਮੂੰਹ ਗੁੰਗਾ ਹੋ ਜਾਣਾ, ਦੋ ਸਿੰਘ ਲੱਗ ਜਾਣੇ ਨੇ, ਤੇਰੇ ਉੱਠਦਿਆਂ ਵੀ ਡਾਂਗਾ ਪੈਣੀਆਂ, ਤੇਰੇ ਬਹਿਦਿਆਂ ਵੀ ਡਾਂਗਾ ਪੈਣੀਆਂ ਨੇ। ਮੂੰਹ ਲੁਕੋਏਗਾ ਕਿੱਥੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ। ਓਏ ਕਿੱਥੇ ਮੂੰਹ ਲੁਕੋਏਗਾ? ਯਾਦ ਰੱਖੀ ਤੇਰੇ ਤੋਂ ਬੋਲਿਆ ਨਹੀਂ ਜਾਣਾ, ਉਹ ਤੇਰੇ ਤੋਂ ਕਿਹਾ ਨਹੀਂ ਜਾਣਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਪੱਠੇ ਚਾਹੀਦੇ ਨੇ, ਤੇਰੇ ਤੋਂ ਬੋਲਿਆ ਨਹੀਂ ਜਾਣਾ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਚਾਹੀਦਾ। ਓਏ ਮੈਨੂੰ ਧੁੱਪ ਲੱਗਦੀ ਹੈ ਮੈਨੂੰ ਛਾਂ ਕਰ ਦੋ, ਤੜਫੇਗਾ ਜਦੋਂ ਤੇਰੇ ਤੇ ਸਮਾਂ ਆ ਗਿਆ। ਅੱਜ ਤੇ ਪੀ ਲੋ ਦੋ ਘੁੱਟ, ਕਿਹੜਾ ਕੋਈ ਦੇਖਦਾ, ਪਰ ਰੱਬ ਤੇ ਜਰਰੇ ਜਰਰੇ ਵਿੱਚ ਬਾਪ ਕਹਿ ਸਹਿਲ ਪੱਥ ਮੈਂ ਜੰਤੋ ਪਾਇਆ ਤਾ ਕਰੇ ਦੀ ਕਾਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮੇਰੇ ਸੋ ਭਰਿਆ, ਤਰਨਗੇ ਉਹ ਜਿਹੜੇ ਸਤ ਸੰਗਤ ਵਿੱਚ ਬਹਿਣਗੇ ਆ ਕੇ। ਮੈਂ ਸਦਾ ਬੇਨਤੀ ਕਰਦਾ ਗੁਰਮੁਖੋ, ਇੱਕ ਹੱਥ ਵਿੱਚ ਨਾ ਤੁਸੀਂ ਦਾਖਾਂ ਦੇ ਬੀਜ ਫੜ ਕੇ ਵੇਖਿਓ, ਦਾਖਾਂ ਦੇ ਬੀਜਾਂ ਨੂੰ ਹੱਥ ਧਰ ਕੇ ਨਾ ਇਦਾਂ ਕਰਿਓ, ਉਹ ਤੁਹਾਨੂੰ ਡਲੀਆਂ ਵਾਂਗ ਚੁਗਣਗੇ ਜਿਵੇਂ ਡਲੀਆਂ ਚੁਗਦੇ। ਤੁਸੀਂ ਇੱਕ ਹੱਥ ਵਿੱਚ ਕਿੱਕਰਾਂ ਦੇ ਬੀਜ ਫੜਿਓ। ਅੱਜ ਕੱਲ ਤੇ ਕਿੱਕਰਾਂ ਖਤਮ ਹੋ ਗਈਆਂ, ਅੱਜ ਕੱਲ ਤੇ ਟਾਮੀ ਟਾਮੀ ਦਿਸਦੀ ਆ ਕਿ ਕਿੱਕਰਾਂ ਹੁੰਦੀਆਂ ਸੀ ਜਿਵੇਂ ਬਦਾਣਾ ਨਹੀਂ ਹੁੰਦਾ ਪੀਲੇ ਪੀਲੇ ਫੁੱਲ, ਇਦਾਂ ਦੇ ਕਿੱਕਰਾਂ ਦੇ ਬੀਜ ਹੁੰਦੇ ਸੀ। ਉਹਨਾਂ ਨੂੰ ਫੜ ਕੇ ਦੇਖਿਓ ਬੜੇ ਮੁਲਾਇਮ ਇਦਾਂ ਕੂਲੇ ਲੱਗਣਗੇ, ਪਰ ਦੋਨਾਂ ਨੂੰ ਬੀਜ ਲਿਓ। ਜਿਹੜੇ ਔਖਾ ਕਰਦੇ ਸੀ ਹੱਥ ਨੂੰ ਉਹਨਾਂ ਨੂੰ ਤੇ ਦਾਖਾਂ ਲੱਗ ਜਾਣਗੀਆਂ, ਜਿਹੜੇ ਤੈਨੂੰ ਕੂਲੇ ਲੱਗਦੇ ਸੀ ਨਾ ਸੋਹਣੇ ਲੱਗਦੇ ਸੀ ਉਹ ਐਡੇ ਐਡੇ ਕੰਡੇ ਬਾਅਦ ਵਿੱਚ ਲੱਗਣੇ ਨੇ। ਓਏ ਪਾਪੀ ਪਾਪ ਕਮਾਵਦੇ ਕਰਦੇ ਹਾਏ, ਅੱਜ ਤੇ ਕਹਿਣਾ ਪਰ ਯਾਦ ਰੱਖਿਓ ਸਮਾਂ ਐਸਾ ਹੋਣਾ ਜਦੋਂ ਧਰਮਰਾਜ ਦੇ ਜਾਮਾ ਕੇ ਲੈਣ ਵਾਸਤੇ ਨਾ ਤੇਰੇ ਤੋਂ ਕਿਹਾ ਨਹੀਂ ਜਾਣਾ ਮੈਂ ਲੋਕਾਂ ਨੂੰ ਪੇਮੈਂਟਾਂ ਦੇਣੀਆਂ ਨੇ, ਮੇਰੀ ਦੁਕਾਨ ਖੁੱਲੀ ਹੈ, ਮੇਰੇ ਬੱਚੇ ਵਿਆਹਣ ਵਾਲੇ ਨੇ, ਮੇਰੀ ਜ਼ਮੀਨ ਵਾਹੁਣ ਵਾਲੀ ਹੈ, ਮੈਂ ਫਸਲ ਵੇਚਣੀ ਹੈ। ਪਰ ਨਹੀਂ, ਤੂੰ ਉਹਨੂੰ ਫਰਿਸ਼ਤੇ ਨੂੰ ਤੂੰ ਇਹ ਥੋੜੋ ਕਹੇਗਾ ਮੇਰੇ ਕੋਲ 20 ਕਿੱਲੇ ਨੇ ਤੂੰ 2 ਕਿੱਲੇ ਲੈ ਲੈ ਮੈਨੂੰ ਛੱਡ ਦੇ। ਕਹਿਣਗੇ ਨਹੀਂ ਨਾਨਕ ਸਮੇਂ ਰਮ ਗਿਓ ਅਬ ਕਿਉਂ ਰੋਬਤ ਅੰਧ। ਹੁਣ ਸਮਾਂ ਲੰਘ ਗਿਆ ਸਾਧ ਸੰਗਤ ਜੀ, ਇਹ ਹਿਸਾਬ ਲਾ ਲਿਆ ਕਰੋ ਮੇਰਾ ਵਿਸ਼ਾ ਨਹੀਂ ਪਰ ਮੈਂ ਸਮਾਂ ਥੋੜਾ ਹੈ। ਗੁਰਮੁਖੋ ਜਦੋਂ ਸਾਡੇ ਦਾੜੇ ਦੇ ਕਾਲੇ ਵਾਲ ਉੱਡਣੇ ਸ਼ੁਰੂ ਹੋ ਗਏ, ਚਿੱਟੇ ਆਉਣੇ ਸ਼ੁਰੂ ਹੋ ਗਏ, ਸਮਝਦਾ ਮਨਾ ਤੇਰੇ ਮੌਤ ਨੇੜੇ ਆਉਂਦੀ ਹੈ। ਮੌਤ ਤੇ 1 ਸੈਕਿੰਡ ਨੇੜੇ। ਕਈ ਨਾ ਕਲਫਾਂ ਜੀਆਂ ਲਾਉਣਗੇ ਕਾਲੀ ਕਰ ਲੈਂਦੇ ਨੇ ਵੀ ਪਤਾ ਨਾ ਲੱਗੇ। ਓਏ ਉਹ ਤੋਂ ਦੁਨੀਆ ਤੋਂ ਲੁਕੋ ਲੇਗਾ, ਉਹ ਤੋਂ ਕਿੱਥੋਂ ਲੁਕੋਏਗਾ? ਗੁਰਮੁਖੋ ਜੇ ਕਿਸੇ ਦਰਖਤ ਦਾ ਪੱਤਾ ਪੀਲਾ ਹੋ ਜਾਏ ਨਾ, ਪੀਲਾ ਹੋਣ ਤੋਂ ਬਾਅਦ ਟੁੱਟ ਜਾਂਦਾ ਹੈ, ਉਹਨੂੰ ਬੁਰਸ਼ੀ ਲੈ ਕੇ ਤੁਸੀਂ ਹਰਾ ਰੰਗ ਕਰ ਦਿਓ। ਪੀਲਾ ਹੋ ਗਿਆ ਪੱਤਾ, ਉਹਨੂੰ ਹਰਾ ਰੰਗ ਬੁਰਸ਼ੀ ਲੈ ਕੇ ਕਰ ਦਿਓ, ਕਿ ਉਹਨੂੰ ਟੁੱਟਣੋਂ ਬਚਾ ਲੋਗੇ। ਜਿਹੜਾ ਕੇਰਾ ਪੀਲਾ ਹੋ ਗਿਆ ਉਹਨੂੰ ਤੇ ਟੁੱਟਣਾ ਹੀ ਟੁੱਟਣਾ, ਜ਼ੋਰ ਲਾ ਲਓ ਬੰਦਾ। ਕਿਵੇਂ ਜੋੜਾਂਗੇ ਉਹਨੂੰ? ਇਸੇ ਕਰਕੇ ਜਦੋਂ ਆ ਕਾਲੇ ਭੌਰ ਉੱਡ ਗਏ ਨਾ, ਕਈ ਵਾਰੀ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ ਤਾਂ ਉਹ ਕਾਲੇ ਭੌਰਾਂ ਨੇ ਉਡਾਰੀਆਂ ਮਾਰੀਆਂ, ਓਏ ਬੱਗਿਆਂ ਨੇ ਡੇਰੇ ਲਾ ਲਏ, ਭੌਰਾਂ ਨੇ ਉਡਾਰੀਆਂ ਮਾਰੀਆਂ, ਬੱਗਿਆਂ ਨੇ ਡੇਰੇ ਲਾ ਲਏ।
ਝੁਰਮਰੀਆਂ ਆ ਗਈਆਂ ਨਾ ਸਾਧ ਸੰਗਤ ਜੀ, ਫਿਰ ਤੇ ਤੋਂ ਨਾਮ ਨਹੀਂ ਜਪਿਆ ਜਾਣਾ। ਸਿਰ ਕਾਂਪਿਓ ਪਗ ਡਗਮਗਿਆ ਨੈਣ ਜੋਤ ਤੇ ਹੀਨ, ਦਾੜਾ ਚਿੱਟਾ ਹੋ ਜਾਣਾ, ਮੂੰਹ 'ਚ ਦੰਦ ਨਹੀਂ ਰਹਿਣੇ, ਕਹਿਣਾ ਵਾਹਿਗੁਰੂ ਆ, ਨਿਕਲਣਾ ਕੁਝ ਹੋਰ, ਫਿਰ ਨਹੀਂ, ਫਿਰ ਤੇ ਸਮਾਂ ਲੰਘ ਜਾਣਾ। ਸਮੇਂ ਦੀ ਸੰਭਾਲ ਕਰਨਾ ਭਾਈ, ਬੈਠਿਆ ਕਰੋ ਗੁਰਸਿੱਖੋ, ਚੌਂਕੜਾ ਮਾਰ ਕੇ ਵਿਆਹ ਕਰੋ, 20 ਮਿੰਟ ਲਾ ਲਿਆ ਕਰੋ, ਅੱਧਾ ਘੰਟਾ ਲਾ ਲਿਆ ਕਰੋ, ਉਹਦੀ ਯਾਦ ਵਿੱਚ ਬੈਠਿਆ ਕਰੋ। ਵੈਸੇ ਤੇ 2.5 ਘੰਟੇ ਸਾਡਾ ਫਰਜ਼ ਬਣਦਾ, ਜੇ 2.5 ਘੰਟੇ ਬਹਿ ਕੇ ਨਾਮ ਜਪਾਂਗੇ ਤਾਂ ਪਰਮੇਸ਼ਰ ਦੇ ਕਰਮਾਂ 'ਚ ਨੇ, ਸਾਨੂੰ ਕੁਝ ਨਹੀਂ ਮਿਲਣਾ ਉਹਨਾਂ ਚੋਂ। ਜੇ 2.5 ਘੰਟੇ ਤੋਂ ਉੱਤੇ ਬੈਠਾਂਗੇ ਤਾਂ ਸਾਡੀ ਝੋਲੀ 'ਚ ਖੈਰ ਪੈਣੀ ਹੈ। ਵੈਸੇ ਤਾਂ ਇਹ ਅਸਲੀ ਮੈਨੇ ਅੱਜ ਤੇ ਇਹ ਸਿਸਟਮ ਹੈ, ਵੈਸੇ ਆਪਾਂ 10 ਮਿੰਟ ਵੀ ਜਪੀਏ ਤਾਂ ਵੀ ਬੜਾ ਹੁੰਦਾ ਹੈ। ਇਸੇ ਕਰਕੇ ਐਸੀ ਵੀਰਾਂ ਨੇ ਸੇਵਾ ਕੀਤੀ, ਐਸਾ ਨਾਮ ਜਪੇ, ਐਸੀ ਕਮਾਈ ਕੀਤੀ, ਰੰਗ ਚੜ ਗਿਆ। ਸਾਧ ਸੰਗਤ ਜੀ ਐਸਾ ਰੰਗ ਚੜਿਆ, ਮੀਰਾ ਨਹੀਂ ਰਹੀ, ਮੀਰਾ ਬ੍ਰਹਮ ਗਿਆਨਣ ਬਣ ਗਈ। ਖੁੱਲ ਕੇ ਕਪਾਟ। ਸਾਧ ਸੰਗਤ ਜੀ ਮਹਾਰਾਜ ਦੇ ਕੋਲ ਜੋੜੇ ਬਣਾਉਣ ਵਾਲਾ ਕੁੰਡ ਪਿਆ, ਜਿਹਦੇ ਵਿੱਚ ਜੁੱਤੀਆਂ ਭਿਉਂ ਕੇ ਨਾ ਪੋਲਾ ਹੋ ਜਾਂਦਾ ਚਮੜਾ, ਉਹਦੇ ਵਿੱਚ ਆਰ ਦੇ ਨਾਲ ਧਾਗਾ ਲਗਾਉਂਦੇ ਨੇ, ਛੇਤੀ ਸੁਰਾਖ ਹੋ ਕੇ ਧਾਗਾ ਲੰਘ ਜਾਂਦਾ, ਪੋਲਾ ਹੋ ਜਾਂਦਾ। ਉਹਦੇ ਵਿੱਚੋਂ ਮੁੱਖ ਭਰ ਕੇ ਮੀਰਾ ਨੇ ਘਿਰਨਾ ਨਹੀਂ ਕੀਤੀ, ਕਿਉਂਕਿ ਸਤਿਗੁਰ ਵੀ ਤੇ ਪਰਖਾਂ ਲੈਂਦੇ ਨੇ। ਉਹ ਜਿਹੜੇ ਬੱਚੇ ਪੜ੍ਹਦੇ ਨੇ ਪੇਪਰ ਵੀ ਉਹਨਾਂ ਦੀ ਹੁੰਦੇ ਨੇ, ਉਹਨਾਂ ਦੇ ਪੇਪਰ ਹੁੰਦੇ ਨੇ। ਸਾਧ ਸੰਗਤ ਜੀ ਗੁਰਮੁਖੋ ਉਹਨਾਂ ਦੇ ਪੇਪਰ ਹੁੰਦੇ ਨੇ ਜਿਹੜੇ ਬੱਚੇ ਪੜ੍ਹਦੇ ਨੇ। ਪਰ ਸਾਧ ਸੰਗਤ ਜੀ ਇਹਨਾਂ ਸਮਿਆਂ ਦੀ ਆਪਾਂ ਸੰਭਾਲ ਕਰਦੇ ਹੋਏ, ਇਹਨਾਂ ਸਮਿਆਂ ਦੀ ਸੰਭਾਲ ਕਰਦੇ ਹੋਏ ਸਾਧ ਸੰਗਤ ਜੀ ਉਹ ਚਲੇ ਗਏ। ਫਿਰ ਆਪਣੇ ਆਗਿਆ ਲਈ ਗੁਰਦੇਵ ਤੋਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਆਗਿਆ ਲੈ ਕੇ, ਆਗਿਆ ਲਈ, ਆਗਿਆ ਲੈਣ ਤੋਂ ਬਾਅਦ ਆਪਣੇ ਪੇਕੇ ਮੇੜ ਆ ਗਈ। ਮੇੜ ਆ ਕੇ ਨਾ ਸਾਧ ਸੰਗਤ ਜੀ ਰੌਲਾ ਪਾਤਾ ਪੰਡਤਾਂ ਨੇ, ਕਹਿੰਦੇ ਤੁਸੀਂ ਤਾਂ ਉੱਚੀ ਜਾਤ ਦੇ ਰਾਜਪੂਤ ਘਰਾਣੇ ਨਾਲ ਸੰਬੰਧ ਰੱਖਦੇ ਹੋ, ਤੁਹਾਡੀ ਧੀ ਨੇ ਤੇ ਸਾਡੀ ਜਾਤ ਨੂੰ ਲਾਜ ਲਾਤੀ, ਇਹ ਤੇ ਇੱਕ ਚਮਾਰ ਨੂੰ ਗੁਰੂ ਬਣਾ ਕੇ ਆਈ ਹੈ, ਰੌਲਾ ਪਾਤਾ। ਸਾਧ ਸੰਗਤ ਜੀ ਸਾਰਾ ਇਕੱਠਾ ਹੋ ਗਿਆ, ਪੰਡਤ ਰਾਣਾ ਮੀਰਾ ਦੇ ਘਰ ਦੇ ਇਕੱਠੇ ਹੋ ਗਏ। ਮੀਰਾ ਇਹ ਤੂੰ ਕੀ ਖੇਡ ਵਰਤਾਈ ਹੈ, ਤੂੰ ਸਾਡੀ ਲਾਜ ਤੇ ਰੱਖ ਦਿੰਦੀ, ਆਪਣੇ ਪਿਓ ਰਤਨ ਸਿੰਘ ਦੀ ਲਾਜ ਤੇ ਰੱਖ ਦਿੰਦੀ, ਉਹਦੀ ਪੱਗ ਤੋਂ ਕਿਉਂ ਰੋਲ ਦਿੱਤੀ, ਉਹਦੀ ਪੱਗ ਨੂੰ ਕਿਉਂ ਦਾਗ ਲਾਇਆ। ਸਾਧ ਸੰਗਤ ਜੀ ਐਸਾ ਨਹੀਂ ਹੋਣਾ ਚਾਹੀਦਾ। ਬੜਾ ਸਮਝਾਇਆ, ਮੀਰਾ ਛੱਡ ਦੇ ਖਹਿੜਾ, ਰਵਿਦਾਸ ਦਾ ਛੱਡ ਦੇ ਖਹਿੜਾ, ਨਾ ਛੱਡਿਆ। ਰਿਸ਼ਤੇਦਾਰਾਂ ਨੂੰ ਸੱਦਿਆ ਨੇ, ਇੱਕ ਜਵਾਰ ਨੂੰ ਗੁਰੂ ਬਣਾਇਆ। ਬੜੀ ਦੁਨੀਆ ਨੇ, ਮੀਰਾ ਨੇ ਇੱਕੇ ਗੱਲ ਮੁਕਾਤੀ, ਸਰੀਰ ਚੋਂ ਜਿੰਦ ਤੇ ਨਿਕਲ ਸਕਦੀ ਹੈ ਪਰ ਰਵਿਦਾਸ ਨੂੰ ਮੈਂ ਛੱਡ ਨਹੀਂ ਸਕਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਰ ਜਾਗੀ ਭਾਵੇਂ, ਖਤਮ ਕਰ ਦੋ, ਮਰਨਾ ਮਨਜ਼ੂਰ ਹੈ, ਪਰ ਉਹ ਸੱਚਾ ਪਰਮੇਸ਼ਰ ਛੱਡਿਆ ਨਹੀਂ ਜਾਣਾ। ਗੁਰਮੁਖੋ ਉਹਦੇ ਵਰਗਾ ਬਾਪੂ ਕਿਤੇ ਲੱਭਦਾ, ਉਹਦੇ ਵਰਗਾ ਬਾਪੂ ਨਹੀਂ ਲੱਭਦਾ। ਮੀਰਾ ਤੈਨੂੰ ਜਾਨ ਤੋਂ ਮਾਰ ਦਿਆਂਗੇ, ਉਹ ਕਹਿੰਦੀ ਮੈਨੂੰ ਮੌਤ ਨੂੰ ਵੀ ਜੀ ਆਇਆਂ ਨੂੰ, ਮਰਨਾ ਤੇ ਫਿਰ ਵੀ ਪੈਣਾ, ਛੱਡੇ ਤੇ ਵੀ ਮਰਨਾ ਪੈਣਾ, ਉਂਝ ਵੀ ਮਰਨਾ ਪੈਣਾ। ਫਿਰ ਜੇ ਮਰਨਾ ਤੇ ਮਨਮੁਖ ਹੋ ਕੇ ਕਿਉਂ ਮਰਾਂ, ਜੇ ਮੈਂ ਕੱਲੀ, ਤੁਸੀਂ ਕਹੋਗੇ ਨਾ ਮਰਨਾ ਮੀਰਾ ਤੈਨੂੰ ਖਤਮ ਕਰ ਦਿਆਂਗੇ। ਮੀਰਾ ਕਹਿੰਦੀ ਮੈਂ ਕਿਹੜਾ ਕੱਲੀ ਜਾਣਾ, ਸਤਿਗੁਰ ਨਾਲ ਹੀ ਜਾਣਗੇ ਮੇਰੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਨਾਲ ਹੀ ਜਾਣਗੇ ਮੇਰੇ, ਮੈਂ ਕਿਹੜਾ ਕੱਲੀ ਨੇ ਮਰਨਾ। ਪਰ ਸਾਧ ਸੰਗਤ ਜੀ ਬੜਾ ਸਮਝਾਇਆ, ਜਦੋਂ ਨਾ ਸਮਝੀ ਫਿਰ ਮੀਰਾ ਨੂੰ ਮਾਰਨ ਦਾ ਇਦਾਂ ਦੀਆਂ ਤੇ ਮਤਈਆਂ ਮਾਵਾਂ ਵੀ ਨਹੀਂ ਕਰਦੀਆਂ ਜਿਹੜੀ ਮੀਰਾ ਦੇ ਮਾਂ ਨੇ ਕੀਤੀ ਹੈ। ਮੀਰਾ ਲੈ ਕੇ ਨਾ, ਕਿਉਂਕਿ ਸਰੀਰ ਹੈ ਜਿਹੜਾ, ਜਿੰਨਾ ਚਿਰ ਸਰੀਰ 'ਚ ਬੰਦਾ ਰਹਿੰਦਾ ਦੁੱਖ ਸੁੱਖ ਤੇ ਆਉਂਦੇ ਜਾਂਦੇ ਰਹਿੰਦੇ। ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਤੇ ਮਨੁੱਖ ਦੇ ਕੱਪੜੇ ਨੇ, ਦੁੱਖ ਤੇ ਸੁੱਖ ਬਣੇ ਨੇ ਜਿਹੜੇ। ਗੁਰਮੁਖੋ ਮੀਰਾ ਸਿਹਤ ਕਰਕੇ, ਥਕਾਵਟ ਕਰਕੇ ਢਿੱਲੀ ਹੋ ਗਈ। ਉਹਦੀ ਮਾਂ ਨੇ ਸਾਧ ਸੰਗਤ ਜੀ ਦੁੱਧ ਦੇ ਵਿੱਚ ਪਿਆਲਾ ਭਰ ਕੇ ਜ਼ਹਿਰ ਦੀ ਗੜੀ ਪਾ ਦਿੱਤੀ, ਕਹਿੰਦੀ ਮੀਰਾ ਥੱਕੀਆਂ ਪੀ ਲਾ ਤੇ ਥਕੇਵਾ ਉਤਰ ਜਾਏਗਾ। ਇੱਕ ਗੱਲ ਇੱਥੇ ਮੈਂ ਹੋਰ ਬੇਨਤੀ ਕਰਦਿਆਂ, ਸਤਿਗੁਰੂ ਦੇ ਚਰਨਾਂ ਤੋਂ ਆਉਣ ਤੋਂ ਬਾਅਦ ਮੀਰਾ ਦੀ ਜ਼ੁਬਾਨ ਤੇ ਕੁਝ ਹੋਰ ਨਹੀਂ ਸੀ ਰਹਿੰਦਾ, ਸੋਹਮ ਸੋਹਮ ਜਪਦੀ ਰਹਿੰਦੀ ਸੀ। ਸਾਰਾ ਦਿਨ ਸੋਹਮ ਸੋਹਮ ਜਪਦੀ ਰਹਿੰਦੀ ਸੀ। ਏਦਾਂ ਦੀ ਬੌੜੀ ਹੋ ਗਈ ਸੀ ਮੀਰਾ। ਗੁਰਮੁਖੋ ਬੜਾ ਸਮਝਾਇਆ, ਮਾਂ ਨੇ ਬੜੇ ਯਤਨ ਕੀਤੇ, ਮਾਂ ਨੇ ਬੜਾ ਪ੍ਰੇਰਿਆ, ਪਰ ਨਾ ਹਟੀ। ਦੇਤਾ ਸਾਧ ਸੰਗਤ ਜੀ ਸੋਹਮ ਸੋਹਮ ਕਹਿ ਕੇ, ਜੈ ਗੁਰਦੇਵ ਧੰਨ ਗੁਰਦੇਵ ਕਹਿ ਕੇ ਗਟ ਗਟ ਕਰਕੇ ਮੀਰਾ ਪੀ ਗਈ। ਮਾਂ ਵੇਖਦੀ ਹੋ ਰਹੀ। ਮੀਰਾ ਨੂੰ ਨਹੀਂ ਸੀ ਪਤਾ ਵੀ ਇਹਦੇ ਵਿੱਚ ਜ਼ਹਿਰ ਪਾਈ ਹੈ, ਮਾਂ ਨੂੰ ਤੇ ਪਤਾ ਸੀ ਨਾ। ਉਹ ਮੀਰਾ ਗਟ ਗਟ ਕਰਕੇ ਪੀ ਗਈ ਸੀ ਪਿਆਲਾ ਯਾਰ ਦਾ, ਗਟ ਗਟ ਕਰਕੇ ਪੀ ਗਈ ਸੀ ਪਿਆਲਾ ਯਾਰ ਦਾ।
घट घट करके पीगी सी प्याला जहर का घट घट करके पीगी सी प्याला मीरा घट घट करके पीगी सी प्याला जहर का घट घट करके पीगी सी प्याला जहर का मीरा घट घट करके पीगी सी प्याला जहर का घट घट करके पीगी सी प्याला जहर का प्याला जहर का प्याला जहर का प्याला जहर का प्याला जहर पै गई पंजे ते सलाह करते ने कि मर जाएगी निबड़ेगा कम पर सत्संग जी ये गल भुल गए जाको रखे साइया मार सकता ना कोई वो जिन्हों परमेश्वर रखने वाला उन्होंने कौन मार सकता है कोई नहीं मार सकता भाई गुरमुखो ये अजे सोचते ने भी मीरा घंटे 2 घंटे की खेड मर जाना पर मीरा ने सत्संग जी राम कीता स्नान किया बखरा कमरा बखरा रही है चौकड़ा मार के सो हम जपदी रही हैरान हो गए फिर मीरा का भरा चंद्र भाग ना एक सपेरे नूं बुला के लिया अभी इदा नहीं गल बनती इदा खेड नहीं बनती वो सपेरे नूं लिया बुला के सपेरे नूं कहंदा गल सुन जिन्नी माया मंगेगा दे देंगे ऐसा नाग दे कोई जेड़ा एक डंग दे नाले मीरा दा काम तमाम कर दे वो कहना मेरे कोल ते ऐसा नाग आ मीरा ने ते पानी भी नहीं मंगना वो मीरा दी मां नूं पुछदे माता इदां दा की हो गया इदां दा की हो गया तू अपनी धी नूं खत्म कर लगी वो कहनी तेनों ते पैसा चाहिए मेरी धी ने इदां कीता मेरी धी ने सारी वार्ता दसी सारी हिस्ट्री दस दी सारी वार्ता दसी फिर जोगी ने सपेरे ने एक काले नाग का फनियर सप दिता जोगियां को हर एक चीज की दवाई होती इदां दा काला नाग मीरा दी मां कहती है जोगिया तेनों ते पैसे जिन्ने पैसे मंगेगा उन्ना दे दे पर मरनी चाहिए है माता फड़ तू नाग डंग मारन दे ते सही मीरा ने ते पानी भी नहीं मंगना लख शुक्र मनावा मैं जोगिया जे मीरा मर जावे लख शुक्र मनावा मैं जे मीरा मर जावे लख शुक्र मनावा मैं जोगिया जे मीरा मर जावे लख शुक्र मनावा मैं जोगिया जे मीरा मर जावे लख शुक्र मनावा मैं
शुक्र मनावा मैं जोगिया जे मेरा मर जावे लाख शुक्र मनावा मैं जोगिया जे मेरा मर जावे माता अपनी धी ਨੂੰ ਕਿਉਂ ਮਾਰਦੀ ਹੈ ਜੋਗੀ ਕਹਿੰਦਾ ਜਦੋਂ ਸਵੇਰੇ ਦੇ ਵੀਰਾਂ ਦੇ ਦਰਸ਼ਨ ਕੀਤੇ ਨਾ ਮਾਤਾ ਇਹ ਬੋਲਦੀ ਕੀ ਹੈ ਇਦਾਂ ਕੱਲੀ ਕਿਉਂ ਬੋਲੀ ਜਾਂਦੀ ਹੈ ਇਹ ਜੋਗੀਆਂ ਦੀ ਦੱਸਾ ਤੇ ਸਾਰਾ ਦਿਨ ਉਹਦਾ ਨਾਮ ਕਰਦੀ ਰਹਿੰਦੀ ਹੈ ਇਕਬਾਰ ਦਾ ਮਾਤਾ ਜੀ ਕਹਿੰਦੀ ਕੀ ਹੈ ਉਹਦੇ ਨਾਮ ਤੇ ਪਾਗਲ ਹੋਈ ਹੈ ਤਾਂ ਹੀ ਤੈਨੂੰ ਮਾਰਨਾ ਹੈ ਹੁਣ ਜੋਗੀ ਨੂੰ ਸਮਝਣਾ ਪਵੇ ਇਹ ਕਹਿੰਦਾ ਪੜ੍ਹਦੀ ਕੀ ਹੈ सोहन सोहन सखी मीरा हरी सोहन सोहन सखी मीरा हरी सोहन सोहन सखी मीरा हरी ओ सोहन सोहन सखी मीरा हरी सोहन सोहन जप मीरा गौरी मीरा गौरी सोहन सोहन जप मीरा गौरी मीरा गौरी 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 पैसे सातों खरीद लिया सवेरे तो तेरा शुक्र मनावा तेरा शुक्र मनावा जोगिया जे पीरा मर जावे शुक्र मनावा जे पीरा मर जावे तेरा शुक्र मनावा मैं जोगिया के मीरा मर जावे तेरा शुक्र मनावा मैं जोगिया के मीरा मर जावे तेरा शुक्र मनावा मैं जोगिया के मीरा मर जावे तेरा शुक्र मनावा मैं जोगिया के मीरा मर जावे हाथी निकले तेरा हुक्म माहे चले आला नाला रखी जाए आला रोला मोरा संगना फकीर लाया को अपनी कोई ना बनती तेरे जोगिया माया तेनों दे देंगे सफेरा लिबलाया काला नाग कहना माता देखी ते सही वीरा ने ते पानी भी नहीं मंगना ये तो इन्ना जहरी शब्द है डब्बे विच बंद करके चंद्र भाग ने वीरा नूं देता वीरा आ तेरे वास्ते 9 लाख का हार बनाया है आ देख ले पानी ओवें जिवें साध संग दी डब्बा सांभ के रख लिया अंदरों ला दी कुंडी बाहर बैठे सलाहां करते हैं भी हुण काम निबड़ जाता हुण निबड़े काम साध संग दी भजन तो उठी सिमरन तो उठी एक चिट्ठी लिखी चिट्ठी दे विच लिखिया ऐ मेरे प्राणनाथ गुरु रविदास जी किरपा करो जिद्दां मैनू तारिया है जिद्दां मैं तरीया एवें जिवें मेड़ सारे मेरे पिंड नूं तारो सारियां नूं दर्शन दे समा आज्ञा नहीं दिंदा 5-10 मिनट विच समाप्ति कर देनी है गुरमुखो गुरु रविदास महाराज सच्चे पातशाह नूं मेड़ दे विच मीरा ने सद्दिया महाराज सच्चे पातशाह जी तैयारी करते ने कौन दी इधरों मीरा ने साध संगत जी
ਆਪਣੇ ਸਿਮਰਨ ਤੋਂ ਉੱਠ ਕੇ ਅਭਿਆਸ ਤੋਂ ਉੱਠ ਕੇ ਜਦੋਂ ਡੱਬਾ ਖੋਲ ਕੇ ਏਦਾਂ ਹੀ ਹੱਥ ਪਾ ਕੇ ਕੱਢਿਆ, ਉਹ ਸੱਪ ਨਹੀਂ ਰਿਹਾ, ਉਹ 9 ਲੱਖ ਦਾ ਕਹਿੰਦਾ ਸੀ, ਉਹਦੀ ਤੇ ਕੋਈ ਕੀਮਤ ਨਹੀਂ ਸੀ, ਏਦਾਂ ਦਾ ਹਾਰ ਬਣ ਚੁੱਕਿਆ ਸੀ। ਏਦਾਂ ਦਾ ਹਾਰ ਵੀਰਾਂ ਨੇ ਗਲ ਵਿੱਚ ਪਾਇਆ, ਪੰਗਾ ਪ੍ਰਾਣ ਪੰਖੇ ਉੱਡ ਗਏ ਘਰਦਿਆਂ ਦੇ ਵੀ ਵਾਹ। ਗੱਲ ਤੇ ਹੈ ਕੋਈ ਮਾੜੀ ਮੋਟੀ ਖੇਡ ਨਹੀਂ ਪਾਸੇ ਜਾ ਰਹੀ ਸਾਧ ਸੰਗਤ ਜੀ, ਪਰ ਨੱਕ ਨਹੀਂ ਰਹਿੰਦਾ। ਆਪਾਂ ਨਹੀਂ ਕਹਿੰਦੇ ਵੀ ਪੈਲਸ ਦੇ ਵਿੱਚ ਉਹ ਆਈਟਮ ਹੋਣੀ ਚਾਹੀਦੀ ਆ, ਮੇਰਾ ਨੱਕ ਰਹਿਣਾ ਚਾਹੀਦਾ, ਭਾਵੇਂ ਕਰਜ਼ਾਈ ਹੋ ਜੇ, ਭਾਵੇਂ ਸਾਰੀ ਜ਼ਿੰਦਗੀ ਕਰਜ਼ਾ ਨਾ ਲੈ, ਓਏ ਲੋਕਾਂ ਨੇ ਖਾ ਕੇ ਚਲੇ ਜਾਣਾ ਹੈ। ਗਰੀਬ ਦਾ ਬਾਪ ਹੁੰਦਾ ਹੈ, ਗਰੀਬ ਧੀ ਦਾ ਪਿਓ ਹੁੰਦਾ ਹੈ। ਆਪਾਂ ਇਹ ਚੀਜ਼ਾਂ ਤੋਂ ਪਰਹੇਜ਼ ਕਰੀਏ। ਗੁਰਮੁਖੋ, ਨੱਕ ਪਿੱਛੇ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ, ਐਸੇ ਲੋਕ ਮੈਂ ਵੇਖੇ। ਪਰ ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਮੇੜ ਚ ਆਉਣ ਦੀ ਤਿਆਰੀ ਕਰਦੇ ਨੇ। ਚੰਦਰ ਭਾਗ ਨੇ ਫਿਰ ਵੀਰਾਂ ਦੇ ਸਹੁਰੇ ਸੰਗੇ ਨਾਲ ਗੱਲ ਕੀਤੀ, ਕਹਿੰਦਾ ਇੱਥੇ ਬੁਲਾਇਆ ਵੀਰਾਂ ਨੇ ਰਵਿਦਾਸ ਨੂੰ, ਜਦੋਂ ਆ ਕੇ ਰਵਿਦਾਸ ਬਹਿ ਜਾਏਗਾ ਨਾ, ਉਹਦਾ ਸਿਰ ਕਲਪ ਕਰ ਦੇਾਂਗੇ। ਇਹੀ ਆਪਣੇ ਕੋਲ ਤਰੀਕਾ, ਹੋਰ ਕੋਈ ਤਰੀਕਾ ਨਹੀਂ। ਤਿਆਰੀਆਂ ਹੋ ਰਹੀਆਂ, ਬੜਾ ਸਮਝਾਇਆ, ਆ ਕੇ ਬਹਿ ਗਏ ਸਤਿਗੁਰੂ। ਬੈਕੁੰਠ ਨਗਰ ਜਹਾਂ ਕੋਈ ਉਤੇ ਐਸੇ ਰੱਬ ਦੇ ਪਿਆਰੇ, ਕੋਈ ਸਾਧ ਸੰਗਤ ਜੀ ਸਾਧੂ ਉਤੇ ਰੱਬ ਦਾ ਪਿਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਹੜੀ ਧਰਤੀ ਤੇ ਆ ਕੇ ਬਹਿ ਗਏ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਉਹ ਧਰਤੀ ਸੁਹਾਵੀ ਲੱਗਦੀ ਹੈ, ਧਰਤੀ ਸੁਹਾਵੀ ਲੱਗਦੀ ਵਈ, ਧਰਤੀ ਸੁਹਾਵੀ ਲੱਗਦੀ ਹੈ, ਉਹ ਧਰਤੀ ਸੁਹਾਵੀ ਲੱਗਦੀ ਹੈ, ਉਹ ਧਰਤੀ ਸੁਹਾਵੀ ਲੱਗਦੀ ਹੈ, ਧਰਤੀ ਸੁਹਾਵੀ ਲੱਗਦੀ ਹੈ। ਜਿੱਥੇ ਬੈਠ ਰੱਬ ਦੇ ਪਿਆਰੇ, ਬੈਠ ਰੱਬ ਦੇ ਪਿਆਰੇ, ਧਰਤੀ ਸੁਹਾਵੀ ਲੱਗਦੀ ਵਈ, ਧਰਤੀ ਸੁਹਾਵੀ ਲੱਗਦੀ ਵਈ, ਬੈਠ ਰੱਬ ਦੇ ਪਿਆਰੇ, ਧਰਤੀ ਸੁਹਾਵੀ ਲੱਗਦੀ ਹੈ, ਧਰਤੀ ਸੁਹਾਵੀ ਲੱਗਦੀ ਹੈ। ਜਿੱਥੇ ਬੈਠ ਰੱਬ ਦੇ ਪਿਆਰੇ, ਧਰਤੀ ਸੁਹਾਵੀ ਲੱਗਦੀ ਹੈ, ਧਰਤੀ ਸੁਹਾਵੀ ਲੱਗਦੀ ਹੈ। ਜਿੱਥੇ ਬੈਠ ਸਤਿਗੁਰੂ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਜਾਂਦੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਬੈਠ ਕੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਸਤਿਗੁਰੂ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਸਤਿਗੁਰੂ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਸਤਿਗੁਰੂ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਸਤਿਗੁਰੂ ਪਿਆਰੇ, ਸਤਿਗੁਰੂ ਪਿਆਰੇ, ਸਤਿਗੁਰੂ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਗੁਰੂ ਦੇ ਪਿਆਰੇ, ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਉਹ ਜਿੱਥੇ ਬੈਠ ਕੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਸਤਿਗੁਰੂ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਗੁਰੂ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਰੱਬ ਦੇ ਪਿਆਰੇ, ਪਾਠ ਲੱਗਦੇ, ਜਿੱਥੇ ਬੈਠ ਕੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ, ਜਿੱਥੇ ਬੈਠ ਕੇ ਰੱਬ ਦੇ ਪਿਆਰੇ, ਧਰਤੀ ਨੂੰ ਪਿਆਰ ਲੱਗਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਜ ਜੀ ਆ ਕੇ ਬਹਿ ਗਏ। ਸੰਗਤਾਂ ਬੈਠੀਆਂ ਨੇ, ਵੱਡਾ ਇਕੱਠ ਸੰਗਤਾਂ ਦਾ ਹੋ ਗਿਆ। ਉਹ
ਸਤਿਗੁਰਾਂ ਨੂੰ ਮਾਰਨ ਵਾਸਤੇ ਆਇਆ ਸੀ। ਜਦੋਂ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕੀਤੇ ਨਾ, ਗੁਰੂ ਰਵਿਦਾਸ ਮਹਾਰਾਜ ਜੀ ਦਾ ਗਦਗਦ ਕਰਦਾ ਚਿਹਰਾ, ਗਦਗਦ ਕਰਦਾ ਚਿਹਰਾ, ਭੁੱਖ ਲੈਂਦੀ ਸੀ ਦਰਸ਼ਨ ਕਰਕੇ ਐਸੇ ਸਤਿਗੁਰਾਂ ਦੇ। ਰਾਜਾ ਚੰਦਰ ਹੱਸ ਕੇ ਆ ਕੇ ਬਹਿ ਗਏ। ਚੰਦਰ ਭਾਗ ਸਤਿਗੁਰਾਂ ਦੇ ਮੁਖ ਵੱਲ ਵੇਖੀ ਜਾਂਦੇ ਨੇ ਟਿਕਣੀ ਵਿਰਾਜ। ਉਹ ਆਪਾਂ ਵੀ ਬੋਲਦੇ ਆ ਸਾਧ ਸੰਗਤ ਜੀ, ਰੱਬ ਦੇ ਪਿਆਰੇ ਵੀ ਬੋਲਦੇ ਸੀ। ਆਪਾਂ ਵੀ ਤੇ ਬੋਲਦੇ ਆ, ਅਸੀਂ ਵੀ ਐਸੇ ਬੋਲ ਬੋਲਦੇ ਨੇ ਅਗਲੇ ਦਾ ਮਨ ਘਾਇਲ ਹੋ ਜਾਂਦਾ ਦੂਜੇ ਬੰਦੇ ਦਾ। ਪਰ ਜਦੋਂ ਰੱਬ ਦੇ ਪਿਆਰੇ ਬੋਲਦੇ ਸੀ, ਉਹਨਾਂ ਦੇ ਮੁਖੜੇ ਦੇ ਵਿੱਚੋਂ ਬੁੱਲ ਗਿਰਦੇ ਸੀ। ਜਦੋਂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਬੋਲਦੇ ਸੀ, ਉਹਨਾਂ ਦੇ ਮੁਖੜੇ ਦੇ ਵਿੱਚੋਂ ਫੁੱਲ ਗਿਰਦੇ ਸੀ। ਉਹ ਕੋਈ ਵੀ ਸਾਧੂ ਬੋਲਦਾ, ਬਾਬਾ ਆਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਬੋਲਦੇ ਸੀ, ਉਹਨਾਂ ਦੇ ਮੁਖੜੇ ਦੇ ਵਿੱਚੋਂ ਫੁੱਲ ਗਿਰਦੇ ਸੀ। ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਬੋਲਦੇ ਸੀ, ਉਹਨਾਂ ਦੇ ਮੁਖੜੇ ਦੇ ਵਿੱਚੋਂ ਫੁੱਲ ਗਿਰਦੇ ਸੀ। ਉਹ ਬਾਬਾ ਜਗਤ ਰਾਮ ਸਾਧ ਸੰਗਤ ਜੀ ਮਹਾਂਪੁਰਖ ਬੋਲਦੇ ਸੀ, ਉਹਨਾਂ ਦੇ ਮੁਖੜੇ ਦੇ ਵਿੱਚੋਂ ਫੁੱਲ ਗਿਰਦੇ ਸੀ। ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਬੋਲਦੇ ਨੇ, ਤੱਕਦੇ ਹੀ ਰਹਿ ਗਿਆ ਵਾ। ਸਾਧੂ